ਅਨੇਕਾਂ ਤਰੀਕਿਆਂ ਦੇ ਨਾਲ ਮਨੁੱਖ ਨੂੰ ਇਸ ਦੀ ਸੁਰਤ ਨੂੰ ਦੁਨੀਆ ਦੇ ਵਿੱਚੋਂ ਕੱਢ ਕੇ ਪਰਮੇਸ਼ਰ ਨਾਲ ਜੋੜਨ ਦੇ ਤਰੀਕੇ ਦੱਸਦੇ ਨੇ। ਜਿੱਥੇ ਗੁਰੂ ਤੇਗ ਬਹਾਦਰ ਮਹਾਰਾਜ ਆਪਣੀਆਂ ਸਲੋਕਾਂ ਦੇ ਵਿੱਚ ਮਨੁੱਖ ਦੇ ਅੰਦਰ ਵਿਰਾਗ ਪੈਦਾ ਕਰਨ ਦੇ ਲਈ ਔਰ ਵਿਰਾਗ ਪੈਦਾ ਹੁੰਦਿਆਂ ਹੀ ਪਰਮਾਤਮਾ ਦਾ ਪ੍ਰੇਮ ਪੈਦਾ ਹੋ ਜਾਂਦਾ ਹੈ, ਉਸ ਦੇ ਲਈ ਕਈ ਚੀਜ਼ਾਂ ਬਿਆਨ ਕਰਦੇ ਨੇ। ਜਿੱਥੇ ਸਤਿਗੁਰੂ ਜੀ ਕਹਿੰਦੇ ਨੇ ਤਨ ਧਨ ਜੇ ਤੋ ਕੋ ਦਿਓ ਤਾਂ ਸਿਉਨੇ ਹੋਣਾ ਕੀ। ਮਨੁੱਖ ਨੂੰ ਬਾਰ-ਬਾਰ ਯਾਦ ਕਰਾਇਆ ਜਾਂਦਾ ਹੈ ਜੋ ਤੇਰੇ ਕੋਲ ਧਨ ਹੈ, ਤਨ ਹੈ, ਮਨ ਹੈ, ਇਹ ਸਾਰਾ ਕਿਸੇ ਦਾ ਦਿੱਤਾ ਹੋਇਆ ਹੈ। ਤੂੰ ਇੱਕ ਸੁਤੰਤਰ ਸ਼ਕਤੀ ਨਹੀਂ, ਇਹ ਕਿਸੇ ਨੇ ਦਿੱਤਾ ਹੈ। ਜਿਸ ਨੇ ਦਿੱਤਾ ਹੈ ਉਹਨੇ ਲੈਣਾ ਵੀ ਹੈ, ਤੇ ਜਿਹਨੇ ਦਿੱਤਾ ਹੈ ਜੇ ਉਹਨੂੰ ਯਾਦ ਹੀ ਨਾ ਕੀਤਾ ਗਿਆ ਫਿਰ ਮਨੁੱਖ ਤੇ ਦੋਸ਼ ਲੱਗਣਾ ਹੈ ਅਕਿਰਤ ਘਣਤਾ ਦਾ। ਜਿਵੇਂ ਕੋਈ ਰਿਸ਼ਤੇਦਾਰ ਕਿਸੇ ਦੀ ਮਦਦ ਕਰੇ ਤੇ ਉਹ ਉਸ ਨੂੰ ਕਦੇ ਧੰਨਵਾਦ ਵੀ ਨਾ ਕਵੇ, ਫਿਰ ਸਮਝ ਲੈਣਾ ਚਾਹੀਦਾ ਹੈ ਉਹਦੇ ਵਰਗਾ ਅਕਿਰਤ ਘਣ ਮਨੁੱਖ ਦੁਨੀਆ ਤੇ ਕੋਈ ਨਹੀਂ। ਜਿਸ ਮਨੁੱਖ ਨੇ ਗੁਰੂ ਤੇਗ ਬਹਾਦਰ ਮਹਾਰਾਜ ਵਿਰਾਗ ਪੈਦਾ ਕਰਦੇ ਨੇ ਸ਼ਬਦ ਬੋਲ ਕੇ ਇਹ ਵਾਲਾ, ਕਈ ਐਸੇ ਸ਼ਬਦ ਨੇ ਜਿਨ੍ਹਾਂ ਦੇ ਨਾਲ ਮਨੁੱਖ ਅੰਦਰ ਵਿਰਾਗ ਪੈਦਾ ਹੁੰਦਾ ਹੈ, ਮਨੁੱਖ ਸਮਝਦਾ ਹੈ, ਉਸ ਦੇ ਅੰਦਰ ਸੱਟ ਵੱਜਦੀ ਹੈ ਅਸਲ 'ਚ ਜ਼ਿੰਦਗੀ ਦਾ ਸੱਚ ਕੀ ਹੈ। ਜਿੱਥੇ ਕਹਿੰਦੇ ਨੇ ਜਿਨਨੇ ਧਨ ਦਿੱਤਾ, ਤਨ ਦਿੱਤਾ, ਉਹ ਕੌਣ ਹੈ ਤੇ ਉਹਦੇ ਨਾਲ ਨੇਹੋਂ ਕਿਉਂ ਨਹੀਂ ਕੀਤਾ, ਪ੍ਰੇਮ ਕਿਉਂ ਨਹੀਂ ਕੀਤਾ? ਕਿਉਂ ਸਿਰਫ ਤੇ ਸਿਰਫ ਦੁਨੀਆ ਦੇ ਵਿਖਾਵੇ ਦੇ ਲਈ, ਦੁਨੀਆ ਨੂੰ ਵਿਖਾਉਣ ਦੇ ਲਈ, ਦੁਨੀਆ ਨੂੰ ਰਿਝਾਉਣ ਦੇ ਲਈ ਇਹਨਾਂ ਕਰਮਾਂ ਵਿੱਚ ਹੀ ਸਾਰੀ ਜ਼ਿੰਦਗੀ ਕੱਢ ਦਿੱਤੀ। ਹੀਰੇ ਵਰਗਾ ਜਨਮ ਕੌਡੀਆਂ ਦੇ ਭਾਅ ਵੇਚ ਦਿੱਤਾ ਸਿਰਫ ਇਸ ਲਈ। ਕਬੀਰ ਦੀਨ ਗਵਾਇਆ ਦੁਨੀ ਸਿਉ, ਸਮਾਂ ਗਵਾਇਆ ਕਿਉਂ? ਸੁਰਤ ਪਰਮਾਤਮਾ ਤੋਂ ਢਾਈ ਕਿਉਂ? ਦੁਨੀਆ ਲਈ। ਪਰ ਕਹਿੰਦੇ ਇੱਕ ਚੀਜ਼ ਯਾਦ ਰੱਖੀ, ਦੁਨੀਆ ਨਾਲ ਨਿਭਣ ਵਾਲੀ ਨਹੀਂ। ਦੁਨੀਆ ਉਦੋਂ ਤੇ ਹੀ ਨਾਲ ਹੈ ਜਦੋਂ ਤੇ ਹੀ ਸਰੀਰ ਹੈ। ਅੱਗੇ ਉਸ ਤੋਂ ਬਾਅਦ ਇੱਕ ਜੀਵ ਆਤਮਾ ਵੀ ਹੈ ਇਸ ਦੇ ਅੰਦਰ। ਜੀਵ ਆਤਮਾ ਦੇ ਕਨਸੈਪਟ ਨੂੰ ਤਕਰੀਬਨ ਸਾਰੇ ਧਰਮਾਂ ਨੇ ਕਬੂਲ ਕੀਤਾ, ਸਾਰਿਆਂ ਨੇ। ਇੱਕ ਦੋ ਦੁਨੀਆ ਦੇ ਵਿੱਚ ਐਸੇ ਧਰਮ ਵੀ ਨੇ ਜਿਨ੍ਹਾਂ ਚਲੋ ਇਸ ਕਨਸੈਪਟ ਨੂੰ ਮੰਨਿਆ ਨਹੀਂ। ਇੱਕ ਗ੍ਰੰਥ ਹੈ ਮਲਿੰਦ ਪ੍ਰਸ਼ਨ, ਉਹਦੇ ਵਿੱਚ ਇੱਕ ਰਾਜਾ ਹੈ ਮਲਿੰਦ ਤੇ ਇੱਕ ਭਿਕਸ਼ੂ ਹੈ ਨਾਗਸੇਨ। जीव आत्मा के कंसैप्ट हाजा कि नागसेन एक भिक्षुक है, बौद्ध भिक्षु है नागसेन। राजा मलिंद नागसेन नूं कहंदा है, हे नागसेन कि मनुख दुनिया ते दोबारा भी आउंदा है? कहंदा महाराज जरूर आउंदा है। जे आउंदा है फिर किहड़े मनुख बार-बार आउंदे ने? ਉਹਨਾਂ ਦਾ ਥੋੜ੍ਹਾ ਦੱਸਿਆ ਜਾਏ, ਕੋਈ ਉਹਨਾਂ ਦੇ ਲੱਛਣ ਪਤਾ ਲੱਗਣ, ਕੋਈ ਐਡਰੈਸ ਪਤਾ ਲੱਗੇ ਕਿਹੜੇ ਮਨੁੱਖ ਬਾਰ-ਬਾਰ ਆਉਂਦੇ ਨੇ ਇੱਥੇ। ਉਹ ਵੱਖਰੀ ਗੱਲ ਹੈ, ਮਨੁੱਖ ਨੂੰ ਯਾਦ ਨਹੀਂ, ਇਹਦੀ ਯਾਦਾਸ਼ਤ ਕਮਜ਼ੋਰ ਹੈ। ਆਉਂਦਾ ਬੜੀ ਵਾਰੀ ਹੈ, ਬੜੀ ਵਾਰੀ ਆਇਆ ਬਾਣੀ ਦੇ ਮੁਤਾਬਕ। ਇਹ ਪਹਿਲੀ ਵਾਰੀ ਨਹੀਂ, ਇਹਨੇ ਆਪਣੇ ਆਪ ਨੂੰ ਮੰਨਿਆ ਹੈ ਮੈਂ ਪਹਿਲੀ ਵਾਰੀ ਆਇਆ। ਪਹਿਲੀ ਵਾਰੀ ਨਹੀਂ। ਅੱਜ ਕੱਲ੍ਹ ਤੇ ਤੁਸੀਂ ਕਦੇ ਅਖਬਾਰ ਪੜ੍ਹੀ ਹੋਏ ਨਾ TV ਦੇ ਵਿੱਚ, ਕਈ ਵਾਰੀ ਨਿਊਜ਼ ਦੇ ਵਿੱਚ ਆ ਜਾਂਦਾ ਵੀ ਇਸ ਇੱਕ ਬੱਚੇ ਨੇ ਪਿਛਲੇ ਜਨਮ ਦੀ ਸਾਰੀ ਗੱਲ ਦੱਸ ਦਿੱਤੀ, ਇਹ ਮੇਰੇ ਮਾਂ-ਬਾਪ ਸਨ, ਤਾਂ ਉਹ ਸੱਚ ਵੀ ਹੁੰਦਾ ਹੈ। ਅੱਜ ਵੀ ਸਾਧਨਾ ਦੇ ਦੁਆਰਾ ਪਿਛਲੇ ਜਨਮ ਵਿੱਚ ਜਾਇਆ ਜਾ ਸਕਦਾ ਹੈ। ਪਿਛਲੇ ਜਨਮ ਦੀ ਯਾਦ ਆ ਸਕਦੀ ਹੈ, ਪਿੱਛੋਂ ਕਿੱਥੇ ਆਏ ਆ। ਕਹਿੰਦਾ ਕਿਹੜੇ ਬਾਰ-ਬਾਰ ਆਉਂਦੇ ਨੇ? ਕਹਿੰਦੇ ਜਿਨ੍ਹਾਂ ਦਾ ਹਿਰਦਾ ਮੈਲਾ ਹੁੰਦਾ ਹੈ, ਈਰਖਾ ਵਿੱਚ ਫਸਿਆ ਹੁੰਦਾ ਹੈ,
द्वैक विच फसिया हुंदा है, लोभ विच फसिया हुंदा है, सिर्फ ते सिर्फ लोभ विच, सिर्फ ते सिर्फ लालच विच, सिर्फ ते सिर्फ रूप दे विच, सिर्फ ते सिर्फ खाण दे विच ते या विखाउण दे विच। जिन्हां दी सुरत इन्हां कम्मां 'च फस जांदी है वो दोबारा फिर आ जांदे ने। वो वक्री गल है, इस्त्री दे रूप विच आउणगे जां पुरुष दे रूप विच, वो कर्मां दे हिसाब नाल शरीर मिलदा है। शरीर इस्त्री का मिलेगा या पुरुष का मिलेगा, ये डिसाइड होएगा मनुख के संस्कारां ते। गुरबाणी दे विच ऐसा जिक्र आया है, जिस मनुख के संस्कार सिर्फ माया वाले ने, उसनूं अगला जन्म सप दा मिलेगा। गुरबाणी ने यह दसिया है, कोई लुका नहीं है गुरबाणी विच। सतगुरु गुरु नानक साहब जी बड़ी डूंगी फिलोसफी के मालक ने, बड़ी तकड़ी साइकोलॉजी के मालक ने। मैं तो इवें कह दिया साइकोलॉजी चलती उन्होंने तो, इस करके नहीं कह रहा भी मैं उन्हों का उपासक हाँ, इस करके नहीं। साइकोलॉजी की गल करते हैं, फिलोसफी की गल करते ना, तकरीबन जिन्ने दुनिया के साधु संत ने सारे महाराज की बाणी को एक्सैप्ट करते हैं सारे। सतगुरु महाराज ने जिथे 15 भगतों की बाणी लिखी, भगत तरलोचन जी ने यह गल कही, मनुख बार बार दुनिया ते आउंदा है, जैसे ये संस्कार होणगे वैसा इनू अगला जन्म मिल जाएगा। हुण जिहड़ी सुरत है ये सिर्फ फस गई है दुनिया दे विच। और आप जी एक चीज़ नोट करना, कदे अपनी जिंदगी का विश्लेषण करना, मनुख दियां अपनियां जरूरतां बड़ियां घट ने, बहुती मेहनत दुनिया करके कर रहा है, बहुती मेहनत अपने करके नहीं कर रहा। वड्डे तो वड्डियां फैशनां दा चलना, वड्डे तो वड्डे खर्चियां दा होना, ये सब दुनिया करके हो रहा है। दुनिया नूं विखाउण दी होड़ है। याद रखना, जिन्ना असीं अज दुनिया नूं विखावांगे अज दी डेट 'च, अज तो 6 महीनों बाद वो पुराना हो जाएगा। 6 महीनों बाद कोई होर जम पाएगा। वैसा ही जो असीं अज कर रहे हैं 6 महीनों बाद वो पुराना हो जाएगा। इस करके मनुख दुनिया नूं एल्यूर लभाउणा चाहुंदा है, आकर्षित करना चाहुंदा है। मैं दूजे शब्दां 'च कह दियां, दुनिया दे उत्ते राज करना चाहुंदा है। राज हो सकता है कला ये नहीं इलैक्शन में खड़ा होकर ही राज हुंदा है, नहीं। वो एक ढंग है सीधे तौर का राज करन दा। दूजे तरीके नाल भी राज हुंदा है, मैं वड्डी तो वड्डी दुनिया दे विच आ मरतबा हासिल कर लवां, दुनिया मैनूं सत श्री अकाल बुलाएगी, घट्टो घट्ट ज़्यादा नहीं परिवार तो बुलाएगा ही नहीं। परिवार बुलाएगा, दुनिया दे विच मेरा पिंड बुलाएगा, मेरा शहर बुलाएगा। इस करके कबीर साहब कहते ने, सारी दुनिया दे विच तैनूं रब ने सवास दिते हुए ने, मनुख की मर्जी है चेतना नूं किधर लाउणा है। जिधर नूं चेतना लगेगी उधर ही फस जाएगी। कबीर दीन गवाया दुनी स्यों, दुनी ना चाली साथ। ठीक है, दुनिया दे लई बहुत कुछ किया, दुनिया नूं लभाउण दे लई बहुत कुछ किया, पर कहंदे एक गल याद रखी, एक अंत की गल सोच, पते की गल सोच। मनुख ना कदी भी जिंदगी दे विच काम करे ना, उहदा रिजल्ट 20 साल अगला सोचना चाहिए भी 20 साल बाद की होएगा इहदा। ठीक है, अज दुनिया खुश हो जाएगी किन्ने क साल, जे 40 साल उम्र हो गई है, 40 साल होर बस, उस तो बाद खत्म। आया गया मोया नाओ, पिछे पत्तल सद्यो काओ। नानक मनमुख अंध प्यार, बाज गुरु डूबा संसार। मनमुख मनुख अन्ने प्यार दे विच, ऐसा प्यार जिहड़ा सदा निभण वाला नहीं सी, उहदे विच जिंदगी खराब कर लई। बिना ज्ञान तो, बिना गुरु की समझ तो डुब गया। एक दुनिया नूं विखाउण दे लालच दे विच अपना कीमती समा बर्बाद कर लिया। एक दुनिया की शोभा खट्टण दे लई, मैं बड़ी वारी कहना साध संगत, जिवें इन्नी दुनिया इत्थे बैठी है ना, एक बारी सारी दुनिया इत्थों चली जाए, एक बारी एक ही जना रह जाए बस, कि फैशनां दा दौर चलेगा दुनिया में? नहीं चलेगा।
ਕੋਈ 5 ਮੰਜ਼ਲੇ ਮਕਾਨ 'ਚ ਰਹੇਗਾ? ਨਹੀਂ, ਕਹੇਗਾ ਮੈਨੂੰ ਕੀ ਲੋੜ ਹੈ, ਇੱਕ 'ਚ ਰਹਿ ਜਾਾਂਗੇ, ਮੇਰਾ ਕੰਮ ਚੱਲ ਰਿਹਾ ਹੈ। ਵੱਡਾ ਪਸਾਰਾ ਜਿਹੜਾ ਚੱਲ ਰਿਹਾ ਹੈ, ਵੱਡੇ ਤੋਂ ਵੱਡਾ ਪਸਾਰਾ, ਇਹਦਾ ਕਾਰਨ ਪਤਾ ਕੀ ਹੈ? ਦੁਨੀਆ ਨੂੰ ਵਿਖਾਉਣਾ ਹੈ। ਕਿਉਂ? ਇਹਦੇ ਨਾਲ ਫਿਰ ਦੁਨੀਆ ਮੈਨੂੰ ਨਮਸਕਾਰ ਕਹੇਗੀ ਤੇ ਮੈਂ ਉੱਤੇ ਰਾਜ ਕਰਾਂਗਾ। ਬਸ ਆਹ ਗੱਲ ਹੈ। ਸਿਰਫ ਇੱਕ ਲੋਕਾਂ ਦੀ ਵਾਹ ਲੈਣ ਦੇ ਲਈ ਮਨੁੱਖ ਆਪਣਾ ਕੀਮਤੀ ਸਮਾਂ ਬਰਬਾਦ ਕਰਕੇ ਇਹਨਾਂ ਸਮਿਆਂ 'ਚ ਗੁਜ਼ਾਰ ਰਿਹਾ ਹੈ। ਉਹਦੇ ਤੋਂ ਗੁਰੂ ਕੀ ਕਹਿੰਦਾ ਹੈ, ਗੁਰਬਾਣੀ ਕੀ ਕਹਿੰਦੀ ਹੈ, ਨਾ ਸੰਗਤ ਦਾ ਸਮਾਂ ਹੈ, ਨਾ ਗੁਰਬਾਣੀ ਦਾ ਸਮਾਂ ਹੈ, ਸਮਾਂ ਹੀ ਨਹੀਂ। ਅਕਸਰ ਮਨੁੱਖ ਇਹ ਕਹਿੰਦੇ ਨੇ। ਨਾ ਉਹਦੇ ਕੋਲ ਸਤ ਸੰਗਤ ਦਾ ਸਮਾਂ ਹੈ। ਫਿਰ ਮਨੁੱਖ ਦੇ ਇੱਕ ਐਕਸਕਿਊਜ਼ ਵੀ ਹੁੰਦਾ ਹੈ ਕਿ ਹਜੇ ਤੇ ਨਹੀਂ ਸੰਗਤ ਕਰਾਂਗੇ, ਕੋਈ ਨਹੀਂ, ਹੁਣ ਥੋੜ੍ਹੇ ਜਿਹੇ ਬਜ਼ੁਰਗ ਹੋ ਜਾਵਾਂਗੇ ਫਿਰ ਸੰਗਤ ਹੀ ਕਰਨੀ ਹੈ। ਨਹੀਂ, ਬਜ਼ੁਰਗੀ ਵਿੱਚ ਕੀ ਸੰਗਤ ਹੋਣੀ ਹੈ? ਹਰੇਕ ਉਮਰ ਦੀ ਆਪਣੀਆਂ ਮਜਬੂਰੀਆਂ ਹੁੰਦੀਆਂ ਨੇ ਤੇ ਆਪਣੇ ਲਾਭ ਹੁੰਦੇ ਨੇ। ਇਹ ਮਤ ਜਾਣਨਾ ਬੁਢੇਪੇ ਵਿੱਚ ਜਾ ਕੇ ਕਿਤੇ ਵਿਹਲੇ ਹੋ ਜਾਵਾਂਗੇ। ਜਿਹੜੇ ਬੁਢੇਪੇ 'ਚ ਨੇ ਉਹਨਾਂ ਨੂੰ ਪੁੱਛ ਕੇ ਵੇਖੋ ਵੀ ਵਿਹਲੇ ਹੋ ਗਏ ਹੋ ਕਿ ਨਹੀਂ। ਵਿਹਲੇ ਨਹੀਂ ਹੋਏ, ਸਰੀਰ ਪੱਖੋਂ ਹੀ ਵਿਹਲੇ ਲੱਗਦੇ ਆ, ਦਿਮਾਗ ਤੇ ਬੜਾ ਬਿਜੀ ਹੋ ਗਿਆ ਹੈ। ਸਰੀਰਿਕ ਤੌਰ 'ਤੇ ਹਰੇਕ ਮਨੁੱਖ ਹੀ ਵਿਹਲਾ ਹੈ, ਦਿਮਾਗੀ ਤੌਰ 'ਤੇ ਹਰੇਕ ਮਨੁੱਖ ਹੀ ਬਿਜੀ ਹੈ। ਸਰੀਰਿਕ ਤੌਰ 'ਤੇ ਅਸੀਂ ਸਾਰੇ ਹੀ ਵਿਹਲੇ ਹਾਂ, ਦਿਮਾਗੀ ਤੌਰ 'ਤੇ ਵਿਹਲੇ ਨਹੀਂ ਹਾਂ। ਇਸ ਕਰਕੇ ਸਤਿਗੁਰੂ ਜੀ ਮਹਾਰਾਜ ਇਹ ਕਹਿੰਦੇ ਨੇ, ਮਨੁੱਖ ਸਮਝਣ ਦੀ ਕੋਸ਼ਿਸ਼ ਕਰ, ਜ਼ਿੰਦਗੀ ਕੀ ਹੈ, ਮਿਲੀ ਕਿਉਂ ਹੈ ਤੇ ਕਰ ਕੀ ਰਿਹਾ। ਕਦੇ ਤੁਲਨਾ ਤੇ ਕਰਕੇ ਵੇਖੀਏ ਜ਼ਿੰਦਗੀ ਹੈ ਕੀ ਹੈ, ਮੈਂ ਕੀ ਕਰ ਰਿਹਾ ਹਾਂ ਤੇ ਕੀ ਮੈਨੂੰ ਕਰਨਾ ਚਾਹੀਦਾ ਹੈ। ਦੁਨਿਆਵੀ ਤੌਰ 'ਤੇ ਕੋਈ ਵੀ ਬਿਜ਼ਨਸ ਕਰਦੇ ਆ ਨਾ ਅਸੀਂ, ਵੱਡੀਆਂ ਵੱਡੀਆਂ ਕੰਪਨੀਆਂ 50-50 ਸਾਲ ਦਾ ਐਸਟੀਮੇਟ ਲਗਾ ਲੈਂਦੀਆਂ ਨੇ। 50 ਸਾਲ ਬਾਅਦ ਇਸ ਬਿਜ਼ਨਸ ਦੀ ਕੀ ਮਾਰਕੀਟਿੰਗ ਹੋਏਗੀ। 50 ਸਾਲ ਬਾਅਦ ਆਪਾਂ ਵੀ ਕੋਈ ਪਲਾਟ ਲਈਏ, ਕੋਈ ਦੁਕਾਨ ਲਈਏ ਨਾ, ਵੀ ਇਹ ਕੋਰਨਰ 'ਤੇ ਹੈ, ਬਾਜ਼ਾਰ ਇੱਧਰ ਹੀ ਆਉਣਾ ਹੈ, 10 ਸਾਲਾਂ ਬਾਅਦ ਇਹਦੀ ਬੜੀ ਕੀਮਤ ਵਧੇਗੀ। ਕਿੰਨੀ ਅਸੀਂ ਐਸਟੀਮੇਟ ਲਗਾ ਰਹੇ ਹਾਂ। ਦੁਨਿਆਵੀ ਪੈਸਾ ਲਾਉਣ ਤੋਂ ਪਹਿਲਾਂ ਸੋਚੀਦਾ ਜਿੱਥੇ ਲਾਉਣ ਲੱਗੇ ਆ ਇਹਦਾ ਕੀ ਫਾਇਦਾ ਹੋਏਗਾ, ਕੀ ਨੁਕਸਾਨ ਹੋਏਗਾ। ਇਹ ਸਵਾਸਾਂ ਦਾ ਧਨ ਬੜਾ ਮਹਿੰਗਾ ਹੈ, ਲਾਉਣ ਤੋਂ ਪਹਿਲਾਂ ਸੋਚਿਆ ਹੀ ਕਦੇ ਨਹੀਂ ਕਿੱਥੇ ਲਾ ਰਹੇ ਆ, ਇਹਦਾ ਕੀ ਫਾਇਦਾ ਹੋਏਗਾ। ਅੱਜ ਤੋਂ 70 ਸਾਲ ਬਾਅਦ ਜਦੋਂ ਸਰੀਰ ਖਤਮ ਹੋ ਜਾਏਗਾ ਫਿਰ ਇਹਦਾ ਕੀ ਫਾਇਦਾ ਹੋਏਗਾ। ਕਦੇ ਸੋਚਿਆ ਤੇ ਜਾਏ, ਕਦੇ ਸਮਝਿਆ ਜਾਏ। ਹੁਣ ਜਿਹੜਾ ਮਨੁੱਖ ਇੰਨਾ ਡੂੰਘਾ ਸੋਚ ਲਏਗਾ ਫਿਰ ਯਾਦ ਰੱਖਣਾ ਉਹਨੂੰ ਕਹਿੰਦੇ ਨੇ ਜਗਿਆਸੂ, ਸਮਝਣ ਵਾਲੇ ਨੂੰ। ਫਿਰ ਉਹਦੇ ਅੰਦਰ ਤਾਂਘ ਪੈਦਾ ਹੋਏਗੀ, ਮੈਂ ਜਾਣਾ। ਤੇ ਆਮ ਜਦੋਂ ਅਸੀਂ ਸ਼ਬਦ ਪੜ੍ਹਦੇ ਹਾਂ, ਇੱਕ ਸ਼ਬਦ ਦਾ ਅਰਥ ਪੜ੍ਹਦੇ ਹਾਂ, ਇੱਕ ਅਨੇਕ ਅਰਥ ਸ਼ਬਦ ਹੁੰਦੇ ਨੇ ਹਿੰਦੀ ਵਿੱਚ। ਜਾਣਨੇ ਕੀ ਇੱਛਾ ਰੱਖਣੇ ਵਾਲਾ ਉਹਨੂੰ ਕਹਿੰਦੇ ਨੇ ਜਗਿਆਸੂ। ਜਿਹੜਾ ਜਾਣਨ ਦੀ ਇੱਛਾ ਰੱਖੇ ਜ਼ਿੰਦਗੀ ਕੀ ਹੈ, ਐਵੇਂ ਨਾ ਲੰਘ ਜਾਏ ਕਿਤੇ। ਇਸ ਕਰਕੇ ਹੀਰੇ ਵਰਗਾ ਜਨਮ ਕੌਡੀਆਂ ਦੇ ਭਾਅ ਨਾ ਚਲਾ ਜਾਏ। ਮੈਨੂੰ ਬੜੀ ਵਾਰੀ ਉਹ ਫਕੀਰ ਦੀ ਗੱਲ ਯਾਦ ਆਉਂਦੀ ਕਿ ਇੱਕ ਫਕੀਰ ਨੇ ਬੜੀ ਬੰਦਗੀ ਕੀਤੀ। ਬੰਦਗੀ ਕਰਨ ਤੋਂ ਬਾਅਦ ਵਰੁਣ ਦੇਵਤਾ ਪ੍ਰਗਟ ਹੋਇਆ ਤੇ ਉਹਨੂੰ ਹੀਰਾ ਦੇ ਦਿੱਤਾ। ਕਹਿੰਦੇ ਲੈ ਜਾ ਬਈ, ਜਾ ਅਮੀਰ ਹੋ ਜਾਏਗਾ। ਹੀਰਾ ਲਿਆ ਤੇ ਤੁਰ ਪਿਆ। ਬੜਾ ਖੁਸ਼ ਹੈ, ਰਾਜ ਠੱਗ ਮਿਲ ਪਏ। ਠੱਗ ਕਹਿੰਦੇ ਨੇ ਕਿੱਥੇ ਚੱਲੇ ਹੋ? ਕਹਿੰਦੇ ਘਰ ਚੱਲਿਆ ਹਾਂ। ਕਹਿੰਦੇ ਮੈਂ ਵੀ ਉੱਧਰ ਹੀ ਜਾਣਾ, ਸਾਨੂੰ ਵੀ ਲੈ ਚੱਲ ਨਾਲ ਹੀ। ਠੱਗ ਮੰਦਾ ਹਿਸਾਬ ਲਗਾ ਲੈਂਦਾ ਵੀ ਇਹ ਕੈਸੀ ਮਨਸ਼ਾ ਦਾ ਹੈ, ਇਹਦੇ ਕੋਲ ਪੈਸਾ ਹੈ ਕਿ ਨਹੀਂ ਹੈ। ਠੱਗਾਂ ਹਿਸਾਬ ਲਗਾ ਲਿਆ ਵੀ ਇਹਦੇ ਕੋਲ ਕੁਝ ਹੈ। ਜਿਹੜਾ ਬੜਾ ਖੁਸ਼ ਹੈ ਨਾ ਤੇ ਬਾਰ-ਬਾਰ ਹੱਥ ਲਾਉਂਦਾ ਗੋਦੜੀ ਨੂੰ, ਇਹਦੇ ਕੋਲ ਕੁਝ ਹੈ। ਉਹਨਾਂ ਹਿਸਾਬ ਲਗਾ ਲਿਆ, ਚੱਲ ਪਿਆ ਨਾਲ। ਰਾਤ ਨੂੰ ਸੁੱਤੇ ਉਹ ਵੀ ਨਾਲ ਸੋ ਗਿਆ। ਉਹਨਾਂ ਹਿਸਾਬ ਲਗਾਇਆ, ਸਾਰੀਆਂ ਚੀਜ਼ਾਂ ਛੱਡ ਦਿੰਦਾ ਹੈ, ਗੋਦੜੀ ਨਹੀਂ ਛੱਡਦਾ, ਇਹਦੇ ਵਿੱਚ ਕੁਝ ਹੈ। ਉਹਨਾਂ ਵੇਖਿਆ ਵੀ ਇਹਦੇ ਵਿੱਚ ਕੋਈ ਮਹਿੰਗੀ ਚੀਜ਼ ਹੈ। ਉਹਨੂੰ ਕਹਿੰਦੇ ਨੇ ਚੱਲ ਫਿਰ ਖਾਣ ਪੀਣ ਦਾ ਸਮਾਨ ਲੈ ਕੇ ਆਈਏ। ਲੈਣ ਚਲੇ ਗਏ, ਸਮਾਨ ਸਮੂਨ ਲੈ ਕੇ ਵਾਪਸ ਆਏ। ਉਹਨੂੰ ਕਹਿੰਦੇ ਨੇ ਸਮਾਨ ਤੇ 19 ਰੁਪਏ ਦਾ ਸੀ, 19 ਕੌਡੀਆਂ ਦਾ, ਇੱਕ ਰਹਿ ਗਈ ਸਾਡੀ, ਉਹਨੇ ਫਾਲਤੂ ਲੈ ਲਈ ਹੈ, ਸਮਾਨ ਘੱਟ ਦਿੱਤਾ ਹੈ। ਤੂੰ ਭੱਜ ਕੇ ਜਾ ਤੇ ਕੌਡੀ ਆਪਣੀ ਲੈ ਕੇ ਆ। ਭੱਜਣ ਲੱਗਾ, ਨਾਲ ਗੋਦੜੀ ਚੋਲੇ। ਕਹਿੰਦੇ ਗੋਦੜੀ ਇੱਥੇ ਰੱਖ ਜਾ, ਇੰਨੇ 'ਚ ਉਹਨੇ ਮੁੱਕਰ ਜਾਣਾ ਹੈ, ਭੱਜ ਕੇ ਜਾ। ਭੱਜ ਕੇ ਗਿਆ, ਉਹਨੂੰ ਹਿਸਾਬ ਕਰਾਇਆ, ਹਿਸਾਬ ਬਰਾਬਰ ਕਿੱਥੇ ਸੀ,
आके वेख्या गोदड़ी भी नहीं, ठग लैके भज गए। एक कौडी पिछे हीरा गवा लिया, गोदड़ी छड़ गया, कौडी पिछे भजया। इनू कहते हीरे जैसा जन्म है कौडी बदले जाए। रब दे नाम हीरे नू छड़ के, गुरबाणी दियां डूंघियां विचारां नू छड़ के होर ही विचारां विच पै गया, कौडियां दे मगर तुर पिया। हुण याद रखना, जिदन दुनिया तो रुखसत होना है, इन्हां कौडियां इत्थे रह जाना है। रब दे नां दा हीरा भी गवा लिया, समा भी गवा लिया, इधरों कौडी भी गवा ली, दोवें ही नहीं रहियां। कौडियां भी नहीं रहियां ते हीरा ते गया ही गया। हीरे वर्गा जन्म किते कौडियां दे भा ना चलिया जाए, इहदे वास्ते संगत करनी हुंदी है। कल असीं श्रवण कीता सी कथा विच, भाई मंझ जी आए ने गुरु अर्जन साहब जी महाराज कोल। महाराज नूं कहंदे मैनूं सिੱਖੀ दी दात दिओ। महाराज कहंदे ने सिੱਖੀ बड़ी महंगी है ते बड़ी खंडे दी धार ते चलन वाली चीज़ है, ये बालकां दे वस दा काम नहीं। इहदे वास्ते वड्डे जिगरे चाहिए ने, वड्डे दिल चाहिए ने। कोई परमात्मा दे नाल जुड़िया होया मनुख छोटे जे दिल दा मालक हुंदा है, दरिया हुंदा है उहदा दिल। जिहड़े परमात्मा दे नाल एकमिक हो गए ने, कोई छोटे जे दिल दे मालक हुंदे ने, नहीं, दरिया वर्गे हुंदे ने। उन्हां दे विच समुंदर वर्गे हुंदे ने। लोग लखां दरिया समा जांदे ने उन्हां दे विच, लखां इच्छावां समा जांदियां ने उन्हां दे विच। भाई मंझ जी कहंदे सिੱਖੀ चाहिदी है। महाराज कहंदे फिर सिੱਖੀ चाहिदी है, तेरा चौधरी पुणा भी जाएगा, लोकी मजाक भी उड़ाउणगे, पैसा भी घरों जाएगा, जे लैनी है तो दस। कहंदे चाहिदी है। महाराज कहंदे ठीक है। फिर हुण आओ अगे वेखदे हां किवें किवें की वापरदा है, किवें उस नूं सिੱਖੀ प्राप्त हुंदी है, किवें ज्ञान प्राप्त हुंदा है। इहदे बारे जाणीए। आरंभ करन तो पहलां सतगुरु जी वालों बख्शे पावन गुरु मंत्र नाल सांझ पाइए। सतनाम श्री वाहेगुरु साहिब जी। सतनाम श्री वाहेगुरु साहिब जी। तब को मन हमरो हट गयू, हृदय विचारत लज्जत भयू। सतगुरु जी महाराज नूं कहंदा है, महाराज जदों दी तुहाडी गुरबाणी सुनी है, मन बस जुड़ गया है बाणी नाल। भावें बाणी दे विच ही महाराज कहंदे ने बाणी मेरी नहीं है, सिख प्यार नाल कह दिंदा तुहाडी बाणी, पर बाणी दे विच ते महाराज कहंदे ने जैसी मैं आवे खसम की बाणी, ये मेरी बाणी नहीं, ये परमात्मा दी बाणी है। ये महाराज जदों दी बाणी सुनी है, दिल बस तुहाडे नाल ही लग गया है। हुण ते मैनूं अपने आप तो भी शर्म आउंदी है कि मैं कित्थे खड़ा हाँ, बाणी की कह रही है। विरले मनुख हुंदे ने जिन्हों अपने आप तो गिलानी आनी शुरू हो जाए, जिसनों अपने आचार ते व्यवहार तो शर्म आए, ऐसे विरले मनुख हुंदे ने। अपने मन के साक्ष्यकार जिहड़े बन जाते हैं। भाई सज्जन कहता है, भाई मंझ कहता है, महाराज तुहाडी बाणी सुन के मैनू हुण अपने आप तो भी शर्म आउंदी है। सरवर तुरत न अजमत जाही, देखा देखी नर जग माही। महाराज जिहड़ा सरवर पीर है उहदे कोल है कुछ नहीं, लोकी वेखा वेखी नाल जुड़ जाते हैं। बड़ी वारी बेनती की है, दुनिया विच काम चलता है वेखा वेखी का। किसी ने जाके किते मत्था टेकिया है, भावें उत्थे कोई दो इट्टां ही रख गया है, उत्ते कपड़ा पा गया, एक ने टेकिया, दो ने टेकिया, पंज ने टेकिया, वड्डा स्थान बन जाता है। इनू कहंदे ने वेखा वेखी परंपरावां। इहदे वास्ते अक्सर कहना हुंदा है, पहले समय ना जदों घरां च रोटी खवाउंदे हुंदे सी, रोटी खवा के ना पहलां जिवें अज तुत्थ पिन आईयां ने ये रख दिंदे सी नाल, भी जो कोई दंदा विच फसिया उन्होंने कढ़ लैण। वो बीबियां पहलां रखणियां, एक ने रखी, दूजी ने रखी, उहदी नूंह आ गई उन्हें थोड़ी वड्डी रखती, तीजी आ गई उन्हें उतों वड्डी रख दी। हुण 5-6 पीढ़ियां बीत गईयां, रोटी लियाउंदे ने नाल वड्डा डंडा रख दिंदे ने। भाई किसी ने पूछा है डंडा क्यों रखते हो नाल? कहंदे पता नहीं, मेरी सस रखती हुंदी सी।
ਉਹ ਸੱਸ ਜਿਉਂਦੀ ਸੀ, ਉਹਨੂੰ ਪੁੱਛਿਆ ਭਾਈ ਇਹ ਡੰਡਾ ਕਾਹਤੋਂ ਹੈ? ਕਹਿੰਦੇ ਮੇਰੀ ਸੱਸ ਰੱਖਦੀ ਹੁੰਦੀ ਸੀ। ਪਤਾ ਕਿਸੇ ਨੂੰ ਵੀ ਨਹੀਂ ਡੰਡੇ ਦਾ ਅਰਥ ਕੀ ਹੈ। ਡੰਡਾ ਹੈ ਛੋਟਾ ਸੀ, ਹੁੰਡਾ ਹੁੰਦਾ ਵੱਡਾ ਆ ਗਿਆ। ਇਵੇਂ ਹੀ ਚੱਲਦੀ ਹੈ ਦੁਨੀਆ ਦੀਆਂ ਪਰੰਪਰਾਵਾਂ, ਇਵੇਂ ਹੀ ਚੱਲਦੀਆਂ ਨੇ। ਪਰੰਪਰਾਵਾਂ ਦੀ ਪਿੱਠ ਭੂਮੀ ਦੇ ਵਿੱਚ ਕੁਝ ਹੋਰ ਹੁੰਦਾ ਹੈ, ਉਸ ਦੇ ਅਰਥ ਕੁਝ ਹੋਰ ਹੁੰਦੇ ਨੇ, ਵਿਚਾਰ ਕੁਝ ਹੋਰ ਲੈ ਜਾਂਦੇ ਨੇ। ਇਵੇਂ ਮਨੁੱਖ ਜਦੋਂ ਕਿਸੇ ਦੇ ਮਗਰ ਲੱਗਦਾ ਹੈ, ਵੇਖਾ ਵੇਖੀ ਦੇਖਾ ਦੇਖੀ ਸਵਾਂਗ ਧਰ, ਇੱਕ ਨੇ ਮੱਥਾ ਟੇਕਿਆ ਦੂਜੇ ਨੇ ਟੇਕਿਆ, ਔਰ ਇਹ ਕੰਮ ਅਕਸਰ 'ਚ ਨਿਭਾਉਂਦੀਆਂ ਨੇ ਬੀਬੀਆਂ ਜ਼ਿਆਦਾ। ਇਹਦੇ ਵਿੱਚ ਵੇਖਿਆ ਜਾਂਦਾ ਹੈ ਫਲਾਣੇ ਨੇ ਮੁੰਡਾ ਦਿੱਤਾ ਹੈ, ਉਹਦੇ ਘਰ ਵੀ ਹੋਇਆ, ਉਹਦੇ ਘਰ ਵੀ ਹੋਇਆ, 20 ਗਏ ਨੇ 40 ਗਏ ਨੇ, ਜਿਹੜਾ ਅੱਗੋਂ ਦੇਣ ਵਾਲਾ ਜਵਾਬ ਕਿਸੇ ਨੂੰ ਵੀ ਨਹੀਂ ਦੇ ਰਿਹਾ। 40 ਗਏ ਨੇ, 40 ਨੂੰ ਆਸ਼ੀਰਵਾਦ ਹੈ ਮੁੰਡਾ ਹੋ ਜਾਏਗਾ, 20 ਦੇ ਤੇ ਹੋ ਗਿਆ, 20 ਦੇ ਹੋਇਆ ਹੀ ਨਹੀਂ, ਕੁੜੀ ਵੀ ਨਹੀਂ ਹੋਈ। ਹੁਣ ਜਿਨ੍ਹਾਂ 20 ਦੇ ਕੁਛ ਨਹੀਂ ਹੋਇਆ ਉਹ ਕਿਹਦੇ ਕੋਲ ਜਾਣ? ਹੁਣ ਕਿਹਦੀ ਮਾਂ ਨੂੰ ਮਾਸੀ ਕਹਿਣ ਦੱਸੋ? ਹੁਣ ਉਹ ਕਿਹਦੇ ਕੋਲ ਜਾਣਗੇ? ਜਿਨ੍ਹਾਂ 20 ਦੇ ਕੁਛ ਵੀ ਨਹੀਂ ਹੋਇਆ, ਫਿਰ ਉਹਨਾਂ ਨੂੰ ਪਤਾ ਕੀ ਕਿਹਾ ਜਾਂਦਾ ਹੈ? ਤੁਸੀਂ ਵਿਧੀ ਵਿਧਾਨ ਸਹੀ ਨਹੀਂ ਅਪਣਾਇਆ। ਭਾਈ ਜੇ ਤੇਰੇ ਵਚਨਾਂ ਵਿੱਚ ਸ਼ਕਤੀ ਹੈ ਨਾ, ਫਿਰ ਉਹਦੇ ਵਿਧੀ ਵਿਧਾਨ ਨੇ ਕੁਛ ਨਹੀਂ ਕਰਨਾ। ਸਾਧ ਸੰਗਤ ਜਿਹਦੇ ਕੋਲ ਕੁਛ ਹੈ ਉਹ ਤੇ ਕਹਿੰਦਾ ਹੀ ਨਹੀਂ, ਜਿਹਦੇ ਕੋਲ ਕੁਛ ਨਹੀਂ ਹੈ ਉਹੀ ਵੇਚਦੇ ਫਿਰਦੇ ਨੇ ਇਹਨਾਂ ਚੀਜ਼ਾਂ ਨੂੰ। ਜੇ ਕੋ ਹੋਏ ਬਹਿ ਦਾਤਾਰ ਤਿਸ ਦੇਨਹਾਰ ਜਾਣੇਗਾ ਵਾਰ। ਰੱਬ ਨੂੰ ਛੱਡ ਕੇ ਪਰਮਾਤਮਾ ਦਾ ਸ਼ਰੀਕ ਬਣਨ ਵਾਲੀ ਗੱਲ ਹੈ। ਉਹ ਮਨੁੱਖ ਪਰਮਾਤਮਾ ਦੇ ਸ਼ਰੀਕ ਬਣ ਜਾਂਦੇ ਨੇ ਜਿਹੜੇ ਆਪਣੇ ਕੋਲੋਂ ਕਿਸੇ ਨੂੰ ਬਖਸ਼ਿਸ਼ਾਂ ਕਰਨ ਲੱਗ ਜਾਂਦੇ ਨੇ। ਇਹ ਸ਼ਰੀਕਾ ਹੈ ਪਰਮਾਤਮਾ ਦੇ ਨਾਲ। ਬਾਣੀ ਇਹਨਾਂ ਕੰਮਾਂ ਤੋਂ ਵਰਜਦੀ ਹੈ। ਜੋ ਪਰਮਾਤਮਾ ਕਰ ਰਿਹਾ ਹੈ ਉਹ ਠੀਕ ਕਰ ਰਿਹਾ ਹੈ, ਠੀਕ ਹੈ। ਕੋਈ ਬੰਦਗੀ ਕਰਨ ਵਾਲੀ ਰੂਹ ਹੈ। ਯਾਦ ਰੱਖਣਾ, ਜਦੋਂ ਉਹ ਬੋਲਦੀ ਵੀ ਹੈ, ਬੋਲਦੀ ਉਹਦੇ ਹੁਕਮ 'ਚ ਹੀ ਹੈ, ਸਾਰਿਆਂ ਨੂੰ ਉਹ ਨਹੀਂ ਬੋਲਦੀ। ਇਸ ਕਰਕੇ ਭਾਈ ਮੰਝ ਕਹਿੰਦਾ ਹੈ, ਮਹਾਰਾਜ ਲੋਕੀ ਪੀਰ ਦੇ ਮਗਰ ਲੱਗੇ ਹੋਏ ਨੇ, ਸਿਰਫ ਵੇਖਾਂ ਵੇਖੀ ਵਿੱਚ ਲੱਗੇ ਹੋਏ ਨੇ, ਬਿਨਾਂ ਗੱਲ ਤੋਂ ਹੀ ਡਰਦੇ ਫਿਰਦੇ ਹਨ। ਪਤਾ ਕਿਸੇ ਨੂੰ ਵੀ ਕੁਛ ਨਹੀਂ। ਔਰ ਕਿਸੇ ਨੂੰ ਵੀ, ਮੈਂ ਬੜੀ ਵਾਰੀ ਵੇਖਿਆ ਹੈ ਆਪ ਜੀ ਦੇ ਨੇੜੇ, ਮੈਂ ਇਹ ਨਹੀਂ ਕਹਿ ਰਿਹਾ ਮੜੀਆਂ ਮਸਾਣੀਆਂ ਹੋਣਗੀਆਂ, ਕਿਸੇ ਦਾ ਵੀ ਇਤਿਹਾਸ ਪਤਾ ਕਰੋ, ਨਹੀਂ ਪਤਾ ਕਿਸੇ ਨੂੰ ਕਿੱਥੋਂ ਬਣਿਆ, ਕਿਹਨੇ ਬਣਾਇਆ, ਕੌਣ ਆਇਆ, ਕੋਈ ਇਤਿਹਾਸ ਹੀ ਨਹੀਂ। ਆਪ ਗੁਰਦੁਆਰਾ ਸ਼ੀਸ਼ਗੰਜ ਸਾਹਿਬ ਆਏ ਹੋ, ਬਕਾਇਦਾ ਡੇਟ ਹੈ ਇੱਥੋਂ ਦੀ, ਗੁਰੂ ਸਾਹਿਬ ਦਾ ਇਤਿਹਾਸ ਹੈ, ਡੇਟ ਹੈ ਪੂਰੀ, ਰੈਫਰੈਂਸਿਸ ਨੇ, ਸਾਰਾ ਕੁਛ ਹੈ ਇੱਥੇ। ਕਿੱਥੇ ਪੀਰ ਬੜੇ ਨੇ, ਕਿਸੇ ਨੂੰ ਇਤਿਹਾਸ ਹੀ ਨਹੀਂ ਪਤਾ, ਕਿਹਨੇ ਬਣਾਇਆ, ਕੋਈ ਪੀਰ ਹੁੰਦਾ ਸੀ ਕਿ ਨਹੀਂ ਹੁੰਦਾ ਸੀ, ਕਿਸੇ ਨੇ ਆਪਣੇ ਲਾਲਚ ਵਾਸਤੇ ਨਹੀਂ ਬਣਾ ਲਿਆ। ਸੋ ਐਵੇਂ ਮਨੁੱਖ ਭਰਮ ਦੇ ਵਿੱਚ ਭੁਲੇਖੇ ਵਿੱਚ ਆ ਜਾਂਦੇ ਨੇ। ਉਹੀ ਮਨੁੱਖ ਭੁਲੇਖੇ ਵਿੱਚ ਆਉਂਦੇ ਨੇ ਜਿਹੜੇ ਪਰਮਾਤਮਾ ਨੂੰ ਭੁੱਲਦੇ ਨੇ ਤੇ ਅਗਿਆਨੀ ਹੋ ਜਾਂਦੇ ਹਨ। ਸੀਸ ਨਿਵਾਵਹਿ ਤੁਰਤ ਕਾਰੀ, ਹੋਏ ਧਰਮ ਨਰ ਤਨ ਤੇ ਹਾਰੀ। ਮਹਾਰਾਜ ਜਾ ਕੇ ਉਹਨਾਂ ਦੇ ਅੱਗੇ ਸੀਸ ਨਿਵਾਉਂਦੇ ਨੇ। ਭਾਈ ਮੰਝ ਜੀ ਕਹਿ ਰਹੇ ਨੇ, ਮੇਰਾ ਹੁਣ ਨਿਵਾਉਣ ਨੂੰ ਦਿਲ ਨਹੀਂ ਕਰਦਾ। ਕਹਿੰਦੇ ਮਹਾਰਾਜ ਐਸੀਆਂ ਚੀਜ਼ਾਂ ਅੱਗੇ ਸਿਰ ਜਾ ਕੇ ਨਿਵਾਉਂਦੇ ਹਨ ਤੇ ਆਪਣੇ ਧਰਮ ਨੂੰ ਵੀ ਹਾਰ ਜਾਂਦੇ ਹਨ। ਹਮ ਹਿੰਦੂ ਉੱਤਮ ਤਨ ਪਾਏ, ਨੀਚ ਮਲੇਛ ਸੀਸ ਨਿਵਾਏ। ਕਹਿੰਦੇ ਮਹਾਰਾਜ ਮੈਂ ਹਿੰਦੂ ਮਤ ਦੇ ਵਿੱਚੋਂ ਹਾਂ, ਮੈਂ ਆਪਣੇ ਧਾਰਮਿਕ ਗ੍ਰੰਥਾਂ ਨੂੰ ਛੱਡ ਕੇ ਮੜੀਆਂ ਤੇ ਮਸਾਣੀਆਂ ਅੱਗੇ ਹੀ ਸੀਸ ਨਿਵਾਉਂਦਾ ਪਿਆ ਹਾਂ। ਇਸ ਦੇ ਪਰੇ ਅਧਰਮ ਨਾ ਔਰ, ਲਹਿ ਸਜਾਏ ਨਰਕ ਕੀ ਠੌਰ। ਇਸ ਤੋਂ ਵੱਡਾ ਕੋਈ ਹੋਰ ਅਧਰਮ ਨਹੀਂ ਹੈ। ਪਰ ਯਾਦ ਰੱਖਣਾ, ਮਹਾਰਾਜ ਨੂੰ ਕਹਿੰਦਾ ਹੈ ਭਾਈ ਮੰਝ, ਸਤਿਗੁਰੂ ਜੀ ਬੜੀਆਂ ਵੱਡੀਆਂ ਸਜ਼ਾਵਾਂ ਪਾਉਣਗੇ ਉਹ ਲੋਕ। ਅੱਜ ਤੇ ਮਨੁੱਖ ਦੁਨੀਆ ਦੇ ਹੇਰੇ ਫੇਰੇ 'ਚ ਜੋ ਵੀ ਕਰ ਰਿਹਾ ਹੈ, ਕਿਉਂਕਿ ਇਹਨੂੰ ਖੁੱਲ੍ਹ ਹੈ ਪਰਮਾਤਮਾ ਵੱਲੋਂ। ਪਰ ਇਹਦਾ ਮਤਲਬ ਇਹ ਨਹੀਂ ਜੇ ਖੁੱਲ੍ਹ ਹੈ ਤੇ ਖੁੱਲ੍ਹ ਦਾ ਕੋਈ ਲੇਖਾ ਨਹੀਂ ਹੈ, ਇੰਨੀ ਵੀ ਖੁੱਲ੍ਹ ਨਹੀਂ ਹੈ। ਹਰੇਕ ਚੀਜ਼ ਦਾ ਲੇਖਾ ਹੈ, ਹਰੇਕ ਸਵਾਸ ਲੇਖੇ ਵਿੱਚ ਹੈ। ਅਮਲ ਸਿਰਾਨੋ ਲੇਖਾ ਦੇਣਾ। ਆਪਣਿਆਂ ਅਮਲਾਂ ਦਾ ਲੇਖਾ ਹਰੇਕ ਮਨੁੱਖ ਨੂੰ ਦੇਣਾ ਪੈਂਦਾ ਹੈ। ਇਸ ਦੇ ਅੰਦਰ ਜਿਹੜੇ ਸੰਸਕਾਰ ਬਣਦੇ ਨੇ, ਮਾੜਾ ਬੋਲੇਗਾ ਸੰਸਕਾਰ ਬਣੇ ਨੇ, ਕਿਸੇ ਦਾ ਮਾੜਾ ਸੋਚਿਆ ਹੈ ਸੰਸਕਾਰ ਬਣੇ ਨੇ। ਉਹ ਜਿਹੜੇ ਸੰਸਕਾਰ ਬਣ ਗਏ ਨੇ ਉਹਨਾਂ ਦਾ ਲੇਖਾ ਦੇਣਾ ਪਵੇਗਾ।
ਅੱਜ ਦੇਣਾ ਪਏ ਜਾਂ ਦੇਣਾ ਪੈ ਹੀ ਰਿਹਾ ਹੋਏ। ਆਪਣੇ ਮਨ ਵਿੱਚ 24 ਘੰਟੇ ਪਰੇਸ਼ਾਨੀ, ਹਮੇਸ਼ਾ ਕ੍ਰੋਧ ਵਿੱਚ ਹੀ ਜਿਹੜਾ ਮਨੁੱਖ ਰਹਿੰਦਾ ਹੈ, ਉਹ ਲੇਖਾ ਹੀ ਤੇ ਭੁਗਤ ਰਿਹਾ, ਹੋਰ ਕੀ ਭੁਗਤ ਰਿਹਾ। ਕਦੇ ਜ਼ਿੰਦਗੀ ਵਿੱਚ ਸ਼ਾਂਤੀ ਆਈ ਨਹੀਂ, ਦੁਖੀ ਹੀ ਦੁਖੀ ਜ਼ਿੰਦਗੀ ਚੱਲ ਰਹੀ ਹੈ। ਕਦੀ ਉਧਰੋਂ ਦੁੱਖ ਆ ਗਿਆ, ਕਦੀ ਉਧਰੋਂ। ਜਿਹਨੂੰ ਗਿਆਨ ਹੀ ਨਹੀਂ ਹੋਇਆ, ਉਹ ਮਨੁੱਖ ਲੇਖੇ ਹੀ ਭੁਗਤ ਰਿਹਾ ਹੈ, ਹੋਰ ਲੇਖਾ ਉਹਨੇ ਕਿਹੜਾ ਦੇਣਾ ਹੈ। ਦੋਖੀ ਗਊ ਅਨਿਕ ਨਿਤ ਜੋਈ, ਦੇਵੀ ਦੇਵ ਨ ਮੰਨਹਿ ਕੋਈ। ਸਤਿਗੁਰੂ ਜੀ ਮਹਾਰਾਜ, ਮੈਂ ਭੁੱਲ ਗਿਆ ਸੀ, ਮੈਂ ਤੇ ਉਹਨਾਂ ਦਾ ਸਾਥ ਦੇਣ ਲੱਗ ਗਿਆ ਸੀ ਜਿਹੜੇ ਗਊ ਗਰੀਬ ਨੂੰ ਵੀ ਮਾਰ ਕੇ ਖਾ ਜਾਂਦੇ ਹਨ। ਮਹਾ ਕੁਚੀਲ ਨ ਸੋਚ ਕੋ ਲੇਸ, ਆਦ ਚੰਡਾਲ ਜੇ ਰਲਹਿ ਅਸੇਸ। ਸਤਿਗੁਰੂ ਮਹਾਰਾਜ ਉਹ ਤੇ ਬੜੇ ਕੁਚੀਲ ਕੰਮ ਕਰਦੇ ਹਨ, ਮੈਨੂੰ ਇਹ ਸਮਝ ਲੱਗ ਚੁੱਕੀ ਹੈ। ਉਹਨਾਂ ਦਾ ਵਿਹਾਰ ਤੇ ਚੰਡਾਲਾਂ ਨਾਲੋਂ ਵੀ ਮਾੜਾ ਹੈ। ਏਕ ਮੇਕ ਹੋਏ ਸਭ ਮਿਲ ਖਾਵਹਿ, ਪੁਨ ਆਪਣੇ ਕੋ ਅਧਿਕ ਕਹਾਵਹਿ। ਭਾਈ ਮੰਝ ਜੀ ਹੁਣ ਜਿੰਨੀਆਂ ਵੀ ਗੱਲਾਂ ਕਰ ਰਹੇ ਨੇ, ਇਹਨਾਂ ਵਿੱਚ ਉਹਨਾਂ ਦੀਆਂ ਗੱਲਾਂ ਦੱਸ ਰਹੇ ਨੇ, ਉਹਨਾਂ ਵਿੱਚ ਮੈਂ ਮਾੜਾ ਕੀ ਵੇਖਿਆ। ਇਹਨੇ ਮਹਾਰਾਜ ਉਹਨਾਂ ਨੂੰ ਮੈਂ ਸਮਝ ਲਿਆ ਹੈ, ਉਹਨਾਂ ਕੋਲ ਜਾ ਜਾ ਕੇ ਮੈਂ ਸਮਝ ਲਿਆ ਹੈ ਮੇਰਾ ਉੱਥੇ ਭਲਾ ਨਹੀਂ ਹੋਣਾ। ਉਹਨਾਂ ਦੇ ਆਚਾਰ ਤੇ ਵਿਹਾਰ ਮਾੜੇ ਨੇ। ਵਿਰਲਾ ਹੀ ਮਨੁੱਖ ਹੈ ਜਿਹਨੂੰ ਇਹ ਵੀ ਸਮਝ ਲੱਗ ਗਏ ਕਿਤੇ ਮਾੜੀ ਸੰਗਤ ਵਿੱਚ ਜਾਂਦਾ ਹੈ ਤੇ ਸਮਝ ਲੱਗ ਜਾਏ ਵੀ ਇਹ ਸੰਗਤ ਮਾੜੀ ਹੈ, ਇੱਥੇ ਆਹ ਨੁਕਸਾਨ ਹੈ, ਆਹ ਨੁਕਸਾਨ ਹੈ, ਰੱਬ ਨੂੰ ਮੰਨਦੇ ਨਹੀਂ, ਮੇਰਾ ਤੇ ਬੜਾ ਨੁਕਸਾਨ ਹੋ ਰਿਹਾ ਹੈ। ਇੰਨੀ ਮੱਤ ਕਿਸੇ ਦੀ ਜਾਗ ਜਾਏ, ਇਹ ਕੋਈ ਪੂਰਵਲੇ ਕਰਮਾਂ ਦੀ ਹੀ ਨਿਸ਼ਾਨੀ ਹੈ। ਦੇ ਦਰੂਦ ਸ਼ੀਰਨੀ ਖਾਏ, ਇੱਕ ਹਿੰਦੂ ਸੋ ਨਾਮ ਕਹਾਏ। ਜਿਹੜੀਆਂ ਚੜਾਵੇਂ ਦੀਆਂ ਖੀਰਾਂ ਚੜ੍ਹਦੀਆਂ ਨੇ, ਸਾਰੇ ਹੀ ਲੋਕ ਉਹਨੂੰ ਖਾਂਦੇ ਨੇ। ਹੁਣ ਇੱਕ ਮਨੁੱਖ ਦੁਨੀਆ ਤੋਂ ਧਨ ਲੁੱਟਦਾ ਹੈ, ਕਿਸੇ ਨਾ ਕਿਸੇ ਤਰੀਕੇ ਨਾਲ ਲੁੱਟ ਲਿਆ ਤੇ ਬਾਅਦ ਚਲਾ ਦਿੱਤਾ ਲੰਗਰ। ਹੁਣ ਜਿਹੜਾ ਉਹਨੂੰ ਖਾਏਗਾ, ਕਿਸੇ ਨਾ ਕਿਸੇ ਤਰੀਕੇ ਨਾਲ ਉਹਨੂੰ ਭੁਗਤਣਾ ਤੇ ਪੈਣਾ ਹੀ ਹੈ। ਜੇ ਕਿਸੇ ਦਾ ਐਸਾ ਚੜਾਵਾ ਹੈ, ਹੁਣ ਆਪਾਂ ਤਾਂ ਕਈ ਵਾਰੀ ਇਹ ਆਪਣੇ ਲਾਲਚ ਨੂੰ ਮਨੁੱਖ ਕਹਿ ਦਿੰਦਾ ਉਹ ਤੇ ਪਵਿੱਤਰ ਹੋ ਜਾਂਦਾ ਹੈ ਜਦੋਂ ਆ ਗਿਆ। ਐਵੇਂ ਕਿਵੇਂ ਪਵਿੱਤਰ ਹੋ ਗਿਆ? ਫਿਰ ਸਾਰਿਆਂ ਨੂੰ ਖੁੱਲ੍ਹ ਦੇ ਦੇਣੀ ਚਾਹੀਦੀ ਹੈ, ਭਾਈ ਇੱਕ ਦੂਜੇ ਦਾ ਹੱਕ ਖਾਓ ਤੇ ਬਾਅਦ 'ਚ ਲੰਗਰ ਲਾ ਦਿਓ ਤੇ ਪਵਿੱਤਰ ਹੋ ਜਾਏਗਾ। ਇਹ ਤੇ ਦੁਨੀਆ ਦਾ ਮੁੱਢ ਹੀ ਖਰਾਬ ਕਰ ਦਿੱਤਾ। ਇਵੇਂ ਨਹੀਂ। ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਸਮੇਂ ਮਲਕ ਭਾਗੋ ਨੇ ਭੋਜਨ ਤਿਆਰ ਕੀਤਾ। ਗੁਰੂ ਨਾਨਕ ਸਾਹਿਬ ਜੀ ਨੂੰ ਚਿੱਠੀ ਨਿਉਂਦਾ ਆਇਆ, ਚਲੋ ਮਹਾਰਾਜ। ਸਤਿਗੁਰੂ ਜੀ ਮਹਾਰਾਜ ਕਹਿੰਦੇ ਮੈਂ ਨਹੀਂ ਜਾਣਾ। ਮਹਾਰਾਜ ਕਹਿੰਦੇ ਮੈਂ ਤੇ ਲਾਲੋ ਦੇ ਘਰ ਇੱਥੇ ਸੁੱਕੀਆਂ ਰੋਟੀਆਂ ਖਾ ਲਾਂਗਾ, ਕੋਧਰੇ ਦੀਆਂ, ਇਹ ਠੀਕ ਨੇ। ਬਿਨਾਂ ਗੱਲ ਤੋਂ ਨਾਲ ਲੇਖੇ ਦਾ ਭਾਗੀਦਾਰ ਮੈਂ ਹੀ ਬਣਾਂਗਾ। ਮਾੜਾ ਕਰਨ ਵਾਲਾ ਤੇ ਲੇਖਾ ਦੇਣਾ ਹੀ ਦੇਣਾ ਹੈ। ਜਿਹਨੇ ਨਾਲ ਸਾਥ ਦੇਣਾ ਉਹ ਕਿਹੜਾ ਲੇਖਾ ਨਹੀਂ ਦੇਵੇਗਾ। ਜਿਹਨੇ ਮਾੜਾ ਕਰਨਾ ਉਹਨੇ ਤੇ ਦੇਣਾ ਹੀ ਦੇਣਾ ਹੈ ਲੇਖਾ, ਤੇ ਜਿਹਨੇ ਨਾਲ ਸਾਥ ਦਿੱਤਾ ਹੈ, ਨਾਲ ਬਹਿ ਕੇ ਖਾਧਾ ਹੈ, ਉਹਨੂੰ ਵੀ ਦੇਣਾ ਪੈਣਾ ਹੈ। ਮਹਾਰਾਜ ਕਹਿੰਦੇ ਮੈਂ ਨਹੀਂ ਖਾਣਾ ਭਾਈ। ਫਿਰ ਦੁਬਾਰਾ ਆਏ ਮਹਾਰਾਜ ਕੋਲ, ਨਹੀਂ ਚੱਲੋ। ਤੀਜੀ ਵਾਰੀ ਕਹਿੰਦੇ ਮਹਾਰਾਜ ਨੂੰ ਫੜ ਕੇ ਲੈ ਕੇ ਆਓ। ਪੜ੍ਹਨਾ ਕੀ ਸੀ, ਗੁਰੂ ਨਾਨਕ ਸਾਹਿਬ ਮਹਾਰਾਜ ਚਲੇ ਗਏ। ਆਪ ਜੀ ਨੇ ਸੁਣਿਆ ਹੋਵੇਗਾ, ਮਹਾਰਾਜ ਜੀ ਨੇ ਪ੍ਰਤੱਖ ਤੌਰ ਤੇ ਰੋਟੀਆਂ ਨੂੰ ਨਿਚੋੜਿਆ, ਇੱਕ ਦੇ ਵਿੱਚੋਂ ਖੂਨ ਤੇ ਇੱਕ ਦੇ ਵਿੱਚੋਂ ਦੁੱਧ। ਚਲੋ ਇਹਨੂੰ ਕਈ ਲੋਕ ਕਲਪਨਾਤਮਕ ਤੌਰ ਤੇ ਕਹਿੰਦੇ ਨੇ ਵੀ ਇਹ ਸਮਝਾਉਣ ਦਾ ਢੰਗ ਹੈ, ਜਿਵੇਂ ਵੀ ਹੈ, ਪਰ ਸਮਝਣ ਦੀ ਗੱਲ ਹੈ। ਮਹਾਰਾਜ ਕਹਿੰਦੇ ਮਲਕ ਭਾਗੋ ਤੇਰੀਆਂ ਰੋਟੀਆਂ ਤੇ ਲਹੂ ਵਰਗੀਆਂ ਨੇ। ਗਰੀਬਾਂ ਦੀ ਹਾਏ ਹਾਏ ਦੀ ਆਵਾਜ਼ ਆਉਂਦੀ ਹੈ ਤੇਰੇ ਘਰ ਚੋਂ, ਤੇਰੇ ਘਰ ਦੀਆਂ ਨੀਹਾਂ ਚੋਂ, ਤੇਰੇ ਘਰ ਦੀਆਂ ਪੱਥਰਾਂ ਚੋਂ ਲੋਕਾਂ ਦੇ ਬੇਹੱਕੀ ਦੀਆਂ ਆਵਾਜ਼ਾਂ ਸੁਣਾਈ ਦਿੰਦੀਆਂ ਨੇ। ਇਸ ਕਰਕੇ ਯਾਦ ਰੱਖੀ, ਤੇਰੇ ਘਰ ਦਾ ਜਿਹੜਾ ਖਾਵੇਗਾ ਉਹ ਵੀ ਆਪਣੀ ਜ਼ਿੰਦਗੀ ਦੇ ਵਿੱਚ ਆਪਣੇ ਜੱਤ ਸੱਤ ਨੂੰ ਖਵਾ ਬੈਠੇਗਾ। ਸਾਧ ਸੰਗ ਕਦੀ ਵੀ ਵੇਖਣਾ, ਐਸੇ ਗ੍ਰਹਿ ਚੋਂ, ਐਸੇ ਮਨੁੱਖ ਕੋਲ ਰੋਟੀ ਖਾਓ ਜਿਹੜਾ ਲੋਕਾਂ ਦਾ ਹੱਕ ਮਾਰਦਾ ਹੋਏ। ਜਿਹੜਾ ਅਭਿਆਸੀ ਸੱਜਣ, ਉਹਦੇ ਲਈ ਮੈਂ ਗੱਲ ਕਰ ਰਿਹਾ ਹਾਂ, ਦੂਜੇ ਨੂੰ ਤੇ ਪਤਾ ਹੀ ਨਹੀਂ ਲੱਗਣਾ। ਜਿਹੜਾ ਕੋਈ ਨਾਮ ਅਭਿਆਸ ਕਰਦਾ ਉਹਦੀ ਮੈਂ ਗੱਲ ਕਰ ਰਿਹਾ ਹਾਂ। ਉਹ ਅਭਿਆਸੀ ਸੱਜਣ ਝੱਟ ਪਛਾਣ ਜਾਏਗਾ ਆਪਣੇ ਮਨ ਦੇ ਵਿੱਚ, ਕਿਉਂਕਿ ਜਿਵੇਂ ਹੀ ਉਧਰ ਪ੍ਰਸ਼ਾਦਾ ਛਕਣਾ ਉਹਦੇ ਮਨ ਵਿੱਚ ਮਾੜੇ ਵਿਚਾਰ ਚੱਲ ਪੈਣੇ ਨਾਲੋਂ ਨਾਲ।
ਉਹਨੇ ਨਾਲੋਂ ਨਾਲ ਸਮਝ ਲੈਣਾ ਵੀ ਅੱਜ ਕੁਛ ਨਾ ਕੁਛ ਮਾੜਾ ਹੋ ਗਿਆ ਹੈ। ਫਿਰ ਉਹ ਪਹੁੰਚ ਜਾਂਦਾ ਹੈ ਵੀ ਆਹ ਮਾੜੇ ਵਿਚਾਰ ਆਏ ਕਿੱਥੋਂ ਨੇ, ਕੇਂਦਰ ਕਿੱਥੇ ਹੈ ਇਹਦਾ, ਸਮਝ ਲੈਂਦਾ। ਉਹ ਕਹਿੰਦਾ ਅੱਜ ਉੱਥੋਂ ਛਕ ਲਿਆ, ਉੱਥੋਂ। ਇਸ ਕਰਕੇ ਜਦੋਂ ਜਦੋਂ ਮਨੁੱਖ ਮਾੜਾ ਕਰਦਾ ਹੈ, ਮਹਾਰਾਜ ਨੂੰ ਭਾਈ ਮੰਝ ਜੀ ਕਹਿੰਦੇ, ਮਹਾਰਾਜ ਉਹ ਮਨੁੱਖ ਕਾਹਦਾ ਹੈ ਜਿਹੜਾ ਮਨੁੱਖ ਲੋਕਾਂ ਦੇ ਬੇਹੱਕੇ ਚੜਾਵੇ ਚੜਾਉਂਦਾ ਹੈ। ਫਿਰ ਉਹਨੂੰ ਚੜਾਵਿਆਂ ਨੂੰ ਜਿਹੜੇ ਲੋਕ ਛਕਦੇ ਨੇ, ਕਈ ਤਾਂ ਸਿੱਧਾ ਹੀ ਛਕ ਜਾਂਦੇ ਨੇ ਸਾਰਾ ਹੀ। ਫਿਰ ਜੇ ਤੇ ਕੋਈ ਥੋੜਾ ਥੋੜਾ ਕਰੇਗਾ, ਚਲੋ ਥੋੜਾ ਥੋੜਾ ਆ ਜਾਏਗਾ ਦੁੱਖ। ਜੇ ਕਿਤੇ ਨੇ ਸਾਰਾ ਹੀ ਲਿਫਾਫਾ ਭਰ ਲਿਆ ਤੇ ਸਾਰਾ ਦੁੱਖ ਤੇ ਉਹਨੂੰ ਝੱਲਣਾ ਪਏਗਾ ਇਕੱਲੇ ਨੂੰ। ਇਹਦੇ ਇੱਕ ਨਾ ਕਲਪਨਾਤਮਕ ਕਹਾਣੀ ਹੈ ਇਹਦੇ ਉੱਤੇ ਹੀ। ਇੱਕ ਵਾਰੀ ਨਾ ਇੱਕ ਮਨੁੱਖ ਤੁਰਿਆ ਜਾ ਰਿਹਾ ਸੀ ਰਾਸਤੇ 'ਚ, ਕਿਤੇ ਛੋਲਿਆਂ ਦਾ ਬਾਗ, ਛੋਲਿਆਂ ਦੀ ਪੈਲੀ ਦੇ ਵਿੱਚ ਫਸਲ ਬੀਜੀ ਹੋਈ ਸੀ, ਛੋਲੀਆ। ਜਾ ਰਿਹਾ ਸੀ, ਉਹਨੇ ਜ਼ਿਮੀਂਦਾਰ ਦਾ ਛੋਲੀਆ ਪੁੱਟਿਆ ਤੇ ਖਾ ਲਿਆ। ਕਹਿੰਦੇ ਹੁਣ ਜਦੋਂ ਖਾਧਾ ਉਹਦਾ ਲੇਖਾ ਤੇ ਦੇਣਾ ਸੀ, ਬਿਨਾਂ ਪੁੱਛੇ ਖਾ ਲਿਆ। ਉਹਨੂੰ ਲੇਖਾ ਕੀ ਮਿਲਿਆ ਵੀ ਉਸੇ ਪੈਲੀ ਦੇ ਵਿੱਚ ਬਲਦ ਬਣ ਕੇ ਆਇਆ, ਉਸੇ ਘਰ ਵਿੱਚ ਬਲਦ ਬਣ ਕੇ ਆਇਆ ਤੇ ਬਾਰ-ਬਾਰ ਹੁਣ ਜੁਤਾਈ ਕਰਦਾ, ਬਲਦ ਦੀ ਜੂਨੀ 'ਚ ਪੈ ਗਿਆ। ਇੰਨੇ ਵਿੱਚ ਇੱਕ ਦਿਨ ਉਹ ਬਲਦ ਦੀ ਜੂਨੀ 'ਚ ਪਿਆ, ਮਰ ਗਿਆ, ਉੱਥੇ ਪੈਲੀ 'ਚ ਉਹਨੂੰ ਦੱਬ ਦਿੱਤਾ। ਇੱਕ ਦਿਨ ਇੱਕ ਮਨੁੱਖ ਆਇਆ, ਉਹਨੇ ਪੂਰੀ ਪਾਂਡੀ ਬਣ ਲਈ ਛੋਲਿਆਂ ਦੀ, ਲੈ ਕੇ ਤੁਰਨ ਲੱਗਿਆ ਤੇ ਉੱਥੋਂ ਹੱਸਣ ਦੀ ਆਵਾਜ਼ ਆਈ ਧਰਤੀ 'ਚੋਂ। ਕਹਿੰਦੇ ਵੀ ਹੱਸਣ ਦੀ ਆਵਾਜ਼ ਦਾ ਕਾਰਨ ਕੀ ਹੈ? ਕਹਾਣੀ ਆ, ਸਮਝਣ ਦੀ ਗੱਲ ਹੈ। ਆਵਾਜ਼ ਆਈ ਅੰਦਰੋਂ, ਕਹਿੰਦੇ ਭਾਈ ਮੈਂ ਤੇ 2-4 ਬੂਟੇ ਹੀ ਪੁੱਟੇ ਸੀ ਤੇ ਹਜੇ ਤਾਈਂ ਇੱਥੇ ਹੀ ਲੰਮਾ ਪਿਆ ਭੁਗਤ ਰਿਹਾ। ਤੂੰ ਤੇ ਪਾਂਡੀ ਬੰਨ ਲਈ ਹੈ ਤੇ ਤੇਰਾ ਕੀ ਬਣੇਗਾ? ਮੈਂ ਤੇ ਇਹ ਸਮਝ ਕੇ ਹੱਸ ਰਿਹਾ ਵੀ ਮੈਂ ਤੇ 5-4 ਹੀ ਖਾਧੇ ਸੀ ਤੇ ਹਜੇ ਤਾਈਂ ਲੇਖਾਂ ਦੇ ਰਿਹਾ ਇੱਥੇ ਪਿਆ ਹੋਇਆ, ਤੇ ਤੂੰ ਪੂਰੀ ਪੰਡ ਬੰਨ ਲਈ ਹੈ। ਇਹ ਪੰਡ ਦਾ ਲੇਖਾ ਕਿਵੇਂ ਦੇਵੇਂਗਾ? ਮੈਂ ਤੇ ਇਹ ਸਮਝ ਰਿਹਾ ਹਾਂ। ਇਸ ਕਰਕੇ ਮਨੁੱਖ ਨੂੰ ਲੇਖਾ ਦੇਣਾ ਪੈਂਦਾ ਹੈ, ਕਿਉਂਕਿ ਕਿਸੇ ਦਾ ਹੱਕ ਖਾਏਗਾ ਉਹਦੇ ਕਰਮ ਖਰਾਬ ਹੋਣਗੇ। ਕਰਮ ਖਰਾਬ ਹੋਣਗੇ, ਰੱਬ ਵਿਸਰ ਜਾਏਗਾ। ਰੱਬ ਵਿਸਰਿਆ, ਗੁਰੂ ਨਾਨਕ ਸਾਹਿਬ ਕਹਿੰਦੇ ਪਰਮੇਸ਼ਰ ਦੇ ਭੁੱਲਿਆ ਵਿਆਪਣ ਸਭੇ ਰੋਗ। ਨਿਸ਼ਾਨੀ ਪਤਾ ਕੀ ਹੈ? ਮਾੜਾ ਧਨ ਖਾ ਰਹੇ ਹਾਂ ਤੇ ਉਹਦੀ ਨਿਸ਼ਾਨੀ ਕੀ ਹੈ? ਪ੍ਰਗਟ ਕਿਵੇਂ ਹੋਏਗੀ? ਉਸ ਮਨੁੱਖ ਦਾ ਗੁਰਬਾਣੀ ਸੰਗਤ ਚੰਗੇ ਕਰਮਾਂ 'ਚ ਦਿਲ ਲੱਗੇਗਾ ਹੀ ਨਹੀਂ, ਭੱਜਣ ਨੂੰ ਦਿਲ ਕਰੇਗਾ, ਮਨ ਕਰੇਗਾ ਭੱਜ ਜਾ ਇੱਥੋਂ। ਆਲਸੀ ਹੋ ਜਾਏਗਾ, ਬੰਦਗੀ ਕਰਨ ਨੂੰ ਨਹੀਂ ਦਿਲ ਕਰੇਗਾ, ਨਿੰਦਾ ਵਿੱਚ ਬੜਾ ਦਿਲ ਲੱਗੇਗਾ, ਚੁਗਲੀ ਵਿੱਚ ਬੜਾ ਦਿਲ ਲੱਗੇਗਾ। ਐਸੇ ਮਨੁੱਖ ਨੂੰ ਸਮਝਣਾ ਚਾਹੀਦਾ ਕਰਮ ਖਰਾਬ ਚੱਲ ਰਹੇ ਨੇ, ਸਮਝ ਲੈਣਾ ਚਾਹੀਦਾ ਹੈ। ਇਹਦਾ ਉਪਾਅ ਇੱਕੋ ਹੀ ਹੈ, ਪਰਮਾਤਮਾ ਦਾ ਨਾਮ ਜਪ ਲਏ, ਕਰਮ ਠੀਕ ਹੋ ਜਾਂਦੇ ਹਨ। ਹੋਤ ਦੋਸ ਜਨ ਵਸਤਰ ਛੁਹਾਏ, ਤਿਨਹੂ ਮੂਡ ਨਰ ਸੀਸ ਨਿਵਾਏ। ਭਾਈ ਮੰਝ ਜੀ ਕਹਿੰਦੇ ਹਨ, ਜਿਨ੍ਹਾਂ ਲੋਕੀ ਬੇਹੱਕੀਆਂ ਖਾਂਦੇ ਨੇ ਉਹਨਾਂ ਦੇ ਵਸਤਰ ਹੀ ਛੂਹਣ ਨਾਲ ਬੜਾ ਪਾਪ ਲੱਗਦਾ ਹੈ। ਲੋਕੀ ਤੇ ਉਹਨਾਂ ਅੱਗੇ ਸਿਰ ਨਵਾਉਂਦੇ ਹਨ। ਨਮਰ ਹੋਏ ਇਵ ਬਿਨੇ ਸੁਨਾਇਵ, ਪ੍ਰੇਮ ਅਧਿਕ ਲੋਚਨ ਜਲ ਛਾਇਵ। ਜਦੋਂ ਐਸੀਆਂ ਗੱਲਾਂ ਭਾਈ ਮੰਝ ਨੇ ਕਹੀਆਂ, ਕਹਿ ਕੇ ਉਹਦੀਆਂ ਅੱਖਾਂ ਦੇ ਵਿੱਚੋਂ ਅਥਰੂ ਤੁਰ ਪਏ, ਹੰਝੂ ਆ ਗਏ। ਬੇਨਤੀ ਬਾਰ-ਬਾਰ ਸਤਿਗੁਰੂ ਜੀ ਅੱਗੇ ਕਰੀ ਜਾਂਦਾ ਹੈ। ਪ੍ਰਭ ਜੀ ਆਏ ਸ਼ਰਨ ਤੁਮਾਰੀ, ਦੇਹੋ ਸਿੱਖੀ ਹਮ ਲਖ ਅਧਿਕਾਰੀ। ਕਹਿੰਦੇ ਮਹਾਰਾਜ ਮੈਨੂੰ ਅਧਿਕਾਰੀ ਸਮਝੋ ਸਿੱਖੀ ਦਾ ਤੇ ਮੈਨੂੰ ਬਖਸ਼ਿਸ਼ ਕਰੋ। ਅਧਿਕਾਰੀ ਦਾ ਮਤਲਬ ਹੁੰਦਾ ਹੈ ਸਾਧ ਸੰਗਤ ਵੀ ਮੈਂ ਨਿਭਾ ਸਕਦਾ ਹਾਂ। ਜਿਵੇਂ ਅਸੀਂ ਵੇਖਦੇ ਹਾਂ ਨਾ, ਕਿਸੇ ਨੂੰ ਕੋਈ ਚੀਜ਼ ਦਈਏ, ਦੇਣ ਤੋਂ ਪਹਿਲਾਂ ਵੇਖਦੇ ਹਾਂ, ਜਿਵੇਂ ਬੱਚੇ ਨੂੰ, ਇੱਕ ਛੋਟਾ ਜਿਹਾ ਬੱਚਾ ਹੈ 12 ਸਾਲ ਦਾ, ਤੇ ਲੱਖ ਰੁਪਈਆ ਫੜਾਉਣ ਤੋਂ ਪਹਿਲਾਂ ਸੋਚਾਂਗੇ ਵੀ ਇਹ ਅਧਿਕਾਰੀ ਨਹੀਂ ਹੈ। ਕਿਉਂ? ਇਹਨੂੰ ਲੱਖ ਰੁਪਈਆ ਫੜਾਤਾ, ਇਹਨੂੰ ਸਮਝ ਹੀ ਨਹੀਂ ਲੱਗਦੀ, ਗਵਾ ਦੇਗਾ ਸਾਰਾ। ਇਹਨੂੰ ਕਿਹੜਾ ਪਤਾ ਹੈ ਵੀ ਲੱਖ ਰੁਪਈਆ ਸਾਂਭਣਾ ਕਿਵੇਂ ਹੈ। ਇਸ ਕਰਕੇ ਸਿੱਖੀ ਦੇਣ ਤੋਂ ਪਹਿਲਾਂ ਗੁਰੂ ਜੀ ਵੇਖਦੇ ਨੇ ਵੀ ਇਹ ਅਧਿਕਾਰੀ ਵੀ ਹੈ ਕਿ ਨਹੀਂ ਇਹਨੂੰ ਸਾਂਭਣ ਦਾ। ਕਦੀ ਐਸਾ ਨਾ ਹੋਏ ਨਾ ਗਵਾ ਦੇਵੇ, ਜਦੋਂ ਸਾਂਭੀ ਨਾ ਗਈ ਫਿਰ ਫਾਇਦਾ ਕੀ ਹੈ। ਜਿਵੇਂ ਕਲਰ ਦੇ ਵਿੱਚ ਜਿੰਨਾ ਮਰਜ਼ੀ ਬੀਜ ਪਾਈ ਜਾਓ, ਕਲਰ 'ਚੋਂ ਕੀ ਉਗਣਾ ਹੈ। ਇਸ ਕਰਕੇ ਗੁਰਬਾਣੀ ਉੱਥੇ ਟਿਕਦੀ ਹੈ ਜਿੱਥੇ ਕਲਰ ਨਾ ਹੋਏ, ਧਰਤੀ ਕੋਈ ਫਰੂਟਫੁਲ ਹੋਏ, ਉਪਜਾਊ ਧਰਤੀ ਹੋਏ। ਸਤਿਗੁਰੂ ਜੀ ਮਹਾਰਾਜ ਇਹੀ ਚੀਜ਼ ਪਹਿਲਾਂ ਵੇਖ ਰਹੇ ਹਨ। ਬੋਲੇ ਸ੍ਰੀ ਅਰਜਨ ਸੁਖ ਧਾਮੂ, ਪੂਰਬ ਸਰਵਰ ਢਾਹੋ ਮੁਕਾਮੂ। ਮਹਾਰਾਜ ਕਹਿੰਦੇ ਭਾਈ ਜੇ ਸਿੱਖੀ ਲੈਣੀ ਹੈ
ਫਿਰ ਸਿੱਖੀ ਦੇ ਸਿੱਖੀ ਨਹੀਂ ਟਿਕਦੀ। ਪਹਿਲਾਂ ਤੇਰੇ ਘਰ ਦੇ ਵਿੱਚ ਮੜੀ ਬਣੀ ਹੋਈ ਹੈ, ਉਹਨੂੰ ਢਾਹ ਪਹਿਲਾਂ, ਫਿਰ ਅਸੀਂ ਤੇਰੇ ਨਾਲ ਸਿੱਖੀ ਦੀ ਗੱਲ ਕਰਾਂਗੇ। ਪੁਨ ਆਵੋ ਸਤਿਗੁਰ ਸਰਨਾਈ, ਕਰੇ ਗੁਨਾਹ ਲਿਓ ਬਖਸਾਈ। ਫਿਰ ਸਤਿਗੁਰ ਦੀ ਸ਼ਰਨ ਵਿੱਚ ਆਇਆ ਜਾਂਦਾ ਹੈ, ਫਿਰ ਤੇਰੇ ਕੀਤੇ ਹੋਏ ਗੁਨਾਹ ਬਖਸ਼ੇ ਜਾ ਸਕਦੇ ਹਨ। ਹੋਵੈ ਕਰ ਸਿੱਖੀ ਕੇ ਅਧਿਕਾਰੀ, ਸਤਿਗੁਰ ਸੇਵ ਕਰੋ ਸੁਖਕਾਰੀ। ਫਿਰ ਤੂੰ ਸਿੱਖੀ ਦਾ ਅਧਿਕਾਰੀ ਹੋ ਜਾਏਗਾ, ਫਿਰ ਗੁਰੂ ਦੇ ਦੁਆਰੇ ਤੈਨੂੰ ਸੇਵਾ ਕਰਨ ਨੂੰ ਮਿਲ ਜਾਏਗੀ। ਸੁਣ ਕਰ ਬਾਪ ਮੰਝ ਘਰ ਗਇਓ, ਸੁਰਤ ਮੁਕਾਮ ਸੋ ਢਾਹਤ ਭਇਓ। ਭਾਈ ਮੰਝ ਜੀ ਆਪਣੇ ਘਰ ਗਏ, ਜਾਂਦਿਆਂ ਹੀ ਉਹ ਜਿਹੜਾ ਮੁਕਾਮ ਸੀ ਉਹ ਢਾਹ ਦਿੱਤਾ, ਤੇ ਘਰਦਿਆਂ ਨਾਲ ਬੈਠ ਕੇ ਗੱਲਾਂ ਕਰਦਾ ਹੈ। ਸਰਲ ਹੋਏ ਸਤਿਗੁਰ ਸਰਨਾਈ, ਆਏ ਆਸ ਇੱਕ ਮਨ ਭਾਈ। ਬੜਾ ਸਰਲ ਹੋ ਕੇ ਸਤਿਗੁਰੂ ਜੀ ਦੀ ਸ਼ਰਨਾਈ ਆਇਆ, ਸ਼ਰਨਾਈ ਆ ਕੇ ਆਸ ਲੈ ਕੇ ਆਇਆ ਹੈ ਕਿਤੇ ਮੇਰਾ ਭਲਾ ਹੋ ਜਾਵੇ। ਤਬ ਸਤਿਗੁਰ ਦੀਨਸ ਉਪਦੇਸ਼, ਸਤ ਨਾਮ ਭਜ ਹਰੋ ਕਲੇਸ਼। ਸਤਿਗੁਰੂ ਜੀ ਨੇ ਫਿਰ ਉਪਦੇਸ਼ ਦਿੱਤਾ, ਕਹਿੰਦੇ ਭਾਈ ਮੰਝ ਅੱਜ ਤੋਂ ਬਾਅਦ ਸਤਨਾਮ ਜਪਿਆ ਕਰ, ਉਸ ਪਰਮਾਤਮਾ ਦਾ ਨਾਮ ਜਪ ਜਿਹਦੇ ਨਾਲ ਸਾਰੇ ਕਲੇਸ਼ ਦੂਰ ਹੋ ਜਾਂਦੇ ਨੇ, ਅਵਿਦਿਆ ਦੂਰ ਹੋ ਜਾਂਦੀ ਹੈ, ਹੰਕਾਰ ਦੂਰ ਹੋ ਜਾਂਦਾ ਹੈ, ਲੋਭ ਦੂਰ ਹੋ ਜਾਂਦਾ ਹੈ। ਇਹੀ ਤੇ ਕਲੇਸ਼ ਨੇ। ਜਿੰਨੇ ਮਨੁੱਖਾਂ ਨਾਲ ਵੀ ਮਨੁੱਖ ਦੀ ਲੜਾਈ ਹੁੰਦੀ ਹੈ ਨਾ, ਘਰਾਂ ਵਿੱਚ ਹੋਏ ਕਿਤੇ ਵੀ ਹੋਏ, ਕਦੇ ਉਹਨੂੰ ਡੂੰਘੇ ਤੌਰ ਤੇ ਸੋਚਣਾ, ਇਹਨਾਂ ਵਿੱਚੋਂ ਕੋਈ ਨਾ ਕੋਈ ਜਰਨ ਦੀ ਸ਼ਕਤੀ ਨਹੀਂ ਕਿਸੇ ਵਿੱਚ ਹੈ। ਕਾਰਨ ਕੀ? ਅੰਦਰ ਨਾਮ ਨਹੀਂ ਹੈ। ਮੈਂ ਇਸ ਕਰਕੇ ਅਕਸਰ ਚ ਜੈਨ ਫਕੀਰ ਦੀ ਗੱਲ ਸੁਣਾਉਣਾ। ਜਦੋਂ ਕਿਸ਼ਤੀ ਵਿੱਚ ਬੈਠਾ ਸੀ ਨਾ, ਤੇ ਆਪਣੇ ਮੁਰੀਦਾਂ ਨੂੰ ਅਕਸਰ ਕਿਹਾ ਕਰਦਾ ਸੀ, ਜਦੋਂ ਵੀ ਕੋਈ ਮਨੁੱਖ ਉਹਨੂੰ ਕ੍ਰੋਧ ਨਾਲ ਬੋਲਦਾ ਹੁੰਦਾ ਸੀ ਨਾ, ਉਹ ਕਹਿੰਦਾ ਹੁੰਦਾ ਸੀ ਇਹ ਵੀ ਕਿਸ਼ਤੀ ਖਾਲੀ ਹੈ। ਜਦੋਂ ਵੀ ਕਿਸੇ ਨੇ ਉਹਦੇ ਨਾਲ ਲੜਨਾ ਤੇ ਉਹਨੇ ਕਹਿਣਾ ਇਹ ਵੀ ਕਿਸ਼ਤੀ ਖਾਲੀ ਹੈ। ਉਹਦੇ ਚੇਲਿਆਂ ਪੁੱਛਿਆ ਇਹਦਾ ਕੀ ਮਤਲਬ ਹੈ ਵੀ ਇਹ ਵੀ ਕਿਸ਼ਤੀ ਖਾਲੀ ਹੈ? ਕਹਿੰਦੇ ਇਸ ਦਾ ਮਤਲਬ ਮੈਂ ਤੁਹਾਨੂੰ ਸਮਝਾ ਦਿੰਦਾ ਹਾਂ। ਕਹਿੰਦਾ ਇੱਕ ਦਿਨ ਮੈਂ ਬੇੜੀ ਵਿੱਚ ਬੈਠਾ ਬੰਦਗੀ ਕਰ ਰਿਹਾ ਸੀ, ਬੰਦਗੀ ਕਰਦਿਆਂ ਕਰਦਿਆਂ ਕਿਸ਼ਤੀ ਮੇਰੇ 'ਚ ਆ ਕੇ ਵੱਜੀ। ਮੈਨੂੰ ਬੜਾ ਗੁੱਸਾ ਆਇਆ। ਖਲੋ ਕੇ ਮੈਂ ਵੇਖਿਆ ਕਿਸ਼ਤੀ 'ਚ ਕੌਣ ਹੈ, ਕਿਸ਼ਤੀ ਖਾਲੀ ਸੀ, ਮਾਲਕ ਹੀ ਕੋਈ ਨਹੀਂ। ਕਹਿੰਦੇ ਮੈਂ ਹੱਸ ਪਿਆ ਤੇ ਆਖਿਆ ਮਨਾ ਇਹ ਵੀ ਕਿਸ਼ਤੀ ਖਾਲੀ ਹੈ। ਭਾਵ ਦੂਜਿਆਂ ਦੇ ਨਾਲ ਕ੍ਰੋਧ ਤੇ ਝਗੜਦੇ ਉਹ ਲੋਕ ਨੇ ਜਿਹੜੇ ਅੰਦਰੋਂ ਖਾਲੀ ਹੁੰਦੇ ਨੇ। ਜਿਨ੍ਹਾਂ ਅੰਦਰ ਸਤ ਸੰਤੋਖ ਨਿਮਰਤਾ ਆ ਗਈ, ਉਹ ਤੇ ਭਰੇ ਹੋਏ ਲੋਕ ਹੁੰਦੇ ਨੇ ਅੰਦਰ। ਉਹ ਲੋਕ ਝਗੜਦੇ ਨੇ ਜਿਹੜੇ ਅੰਦਰੋਂ ਖਾਲੀ ਹੁੰਦੇ ਨੇ। ਕਹਿੰਦੇ ਹੁਣ ਮੇਰੇ ਨਾਲ ਕੋਈ ਝਗੜਦਾ ਹੈ ਨਾ, ਮੈਂ ਗੁੱਸੇ ਨਹੀਂ ਹੁੰਦਾ, ਆਪਣੇ ਮਨ ਵਿੱਚ ਕਹਿ ਦਿੰਦਾ ਹਾਂ ਇਹ ਵੀ ਕਿਸ਼ਤੀ ਖਾਲੀ ਹੈ। ਇਹਨੂੰ ਹਜੇ ਸਮਝ ਹੀ ਨਹੀਂ, ਬੇਸਮਝੀ ਵਿੱਚ ਤੁਰਿਆ ਫਿਰਦਾ ਹੈ। ਆਪ ਤੇ ਕਿਸੇ ਵਿੱਚ ਵੱਜੇਗਾ, ਨਾਲ ਮੈਨੂੰ ਵੀ ਮਾਰ ਦੇਵੇਗਾ। ਬਚਣ ਦੀ ਲੋੜ ਹੈ। ਕਬੀਰ ਸਾਹਿਬ ਤਾਂ ਹੀ ਤੇ ਕਹਿੰਦੇ ਨੇ, ਕਬੀਰ ਸਾਕਤ ਸੰਗ ਨਾ ਕੀਜੀਏ, ਦੂਰ ਹੋ ਜਾਈਏ ਭਾਗ। ਐਸੇ ਮਨੁੱਖ ਦੇ ਨਾਲ ਦੋਸਤੀ ਲਾਉਣ ਦਾ ਫਾਇਦਾ ਨਹੀਂ। ਕਿਉਂ? ਆਪ ਤੇ ਉਹਨੇ ਕਿਤੇ ਨਾ ਕਿਤੇ ਡੁੱਬਣਾ ਹੀ ਹੈ, ਨਾਲ ਦੂਜੇ ਨੂੰ ਵੀ ਡੋਬ ਦੇਗਾ। ਸਾਕਤ ਦੀ ਸੰਗਤ ਕੈਸੀ ਹੁੰਦੀ ਹੈ? ਜਿਵੇਂ ਕੇਲੇ ਦੇ ਨਿਕਟ ਬੇਰੀ ਦਾ ਦਰਖਤ ਹੋਏ। ਕੇਲੇ ਨਿਕਟ ਜਿਉਂ ਬੇਰ, ਜਦੋਂ ਝੁੱਲਦੀ ਹੈ ਨਾ ਬੇਰੀ, ਕੇਲਾ ਵਿਚਾਰਾ ਬੜਾ ਕੋਮਲ ਹੁੰਦਾ ਹੈ, ਬੇਰੀ ਝੁੱਲਦੀ ਆ ਆਪਣੇ ਕੰਡਿਆਂ ਦੇ ਨਾਲ, ਕੇਲੇ ਦੇ ਦਰਖਤ ਜਿਹੜੇ ਪੱਤੇ ਹੁੰਦੇ ਨੇ ਚੀਰ ਚੀਰ ਕੇ ਪਰਾਂ ਮਾਰਦੀ ਹੈ। ਇਵੇਂ ਜਿਹੜੇ ਮਨਮੁਖ ਲੋਕ ਹੁੰਦੇ ਨੇ, ਹੰਕਾਰ ਈਰਖਾ ਇਹਨਾਂ ਗੱਲਾਂ 'ਚ ਭਰੇ ਹੁੰਦੇ ਨੇ। ਜਦੋਂ ਭਰੇ ਰਹਿੰਦੇ ਨੇ ਨਾ, ਜਿਹੜੇ ਉਹਨਾਂ ਦੇ ਕੋਲ ਸੰਗਤ ਕਰਦੇ ਨੇ, ਉਹਨਾਂ ਦੇ ਹਿਰਦਿਆਂ ਨੂੰ ਵਲੂੰਦਰ ਦਿੰਦੇ ਨੇ, ਚੀਰ ਦਿੰਦੇ ਨੇ। ਕਦੇ ਕੋਈ ਮਾੜੀ ਗੱਲ, ਕਦੇ ਕੋਈ ਮਾੜੀ ਗੱਲ, ਰੋਜ਼ ਉਹਨਾਂ ਦੇ ਸੰਸਕਾਰ ਮਾੜੇ ਹੀ ਕਰੀ ਜਾਂਦੇ ਨੇ। ਇਸ ਕਰਕੇ ਜਿੱਥੇ ਐਸੀ ਗੱਲ ਚੱਲਦੀ ਹੋਏ ਉੱਥੋਂ ਸਰਕ ਜਾਣਾ ਚਾਹੀਦਾ ਹੈ ਮਨੁੱਖ ਨੂੰ। ਮੈਂ ਬੜੇ ਮਨੁੱਖ ਐਸੇ ਵੇਖੇ ਨੇ, ਉਹਨਾਂ ਦੇ ਕੋਲ ਕੋਈ ਕਿਸੇ ਦੀ ਨਿੰਦਾ ਕਰਦਾ ਹੁੰਦਾ ਸੀ ਨਾ, ਇਹਨਾਂ ਬਾਰੇ ਸੁਣਿਆ ਵੀ ਹੈ ਮੈਂ। ਉਹ ਕਹਿੰਦੇ ਹੁੰਦੇ ਸੀ ਭਾਈ ਮੇਰੇ ਕੋਲ ਨਾ ਕਰੋ, ਦੂਰ ਜਾ ਕੇ ਕਰੋ, ਥੋੜ੍ਹਾ ਆਪਣੇ ਸਿਰ ਤੇ ਵਜਨ ਪਾਉਣਾ, ਮੇਰੇ ਤੇ ਕਿਉਂ ਚੜਾਉਂਦੇ ਹੋ, ਮੈਨੂੰ ਤੇ ਸੁਰਖਰੂ ਰਹਿਣ ਦਿਓ। ਤੁਸੀਂ ਤੇ ਆਪਣੀ ਜ਼ਿੰਦਗੀ ਦੇ ਵਿੱਚ ਮਾੜੇ ਕਰਮਾਂ ਦਾ ਫਲ ਲੈਣਾ ਹੀ ਹੈ, ਦੂਰ ਹੋ ਕੇ ਕਰ ਲਓ ਥੋੜ੍ਹਾ, ਮੈਨੂੰ ਥੋੜ੍ਹਾ ਜਿਹਾ ਬਖਸ਼ ਦਿਓ, ਮੈਂ ਵੀ ਕੰਨਾਂ ਤੋਂ ਸੁਣ ਲਵਾਂਗਾ, ਭਾਰ ਮੇਰੇ ਤੇ ਵੀ ਬਣ ਜਾਏਗਾ। ਇਸ ਕਰਕੇ ਜਿਹੜੇ ਸਿਆਣੇ ਮਨੁੱਖ ਹੋ ਜਾਂਦੇ ਨੇ,
ਐਸੀ ਸਭਾ ਵਿੱਚ ਬੈਠਦੇ ਹੀ ਨਹੀਂ ਜਿੱਥੇ ਕਿਸੇ ਦੀ ਨਿੰਦਾ ਤੇ ਚੁਗਲੀ ਚੱਲਦੀ ਹੈ। ਉਹਨਾਂ ਨੂੰ ਪਤਾ ਲੱਗ ਜਾਂਦਾ ਹੈ ਇਹਨਾਂ ਕਰਮਾਂ ਦਾ ਫਲ ਮੈਨੂੰ ਵੀ ਭੁਗਤਣਾ ਪੈਣਾ ਹੈ। ਸਤਿਗੁਰ ਸੋ ਸਨਮੁਖ ਨਿਤ ਰਹੋ, ਸੇਵੋ ਸਿੱਖਣ ਕੋ ਸੁਖ ਲਹੋ। ਸਤਿਗੁਰੂ ਜੀ ਮਹਾਰਾਜ ਕਹਿੰਦੇ ਭਾਈ ਗੁਰੂ ਦੇ ਕੋਲ ਹੀ ਤੂੰ ਰਹਿਣਾ ਹੈ ਹੁਣ, ਤੇ ਰੋਜ਼-ਰੋਜ਼ ਸੇਵਾ ਕਰਨੀ ਹੈ। ਸੇਵਾ ਕਰਦਿਆਂ ਕਰਦਿਆਂ ਅੰਦਰੋਂ ਜਿਹੜਾ ਮਨ ਹੈ ਅੰਤఃਕਰਣ ਹੈ, ਮਨ ਬੁੱਧ ਚਿੱਤ ਹੈ, ਇਹ ਨਿਰਮਲ ਹੋ ਜਾਏਗਾ। ਅੰਤఃਕਰਣ ਸੁਧ ਹੋਏ ਜਾਏ, ਆਤਮ ਗਿਆਨ ਹਿਰਦੇ ਮਹਿ ਪਾਏ। ਜਦੋਂ ਅੰਦਰ ਨਿਰਮਲ ਹੋਏਗਾ ਤਾਂ ਜਾ ਕੇ ਆਤਮਾ ਦਾ ਗਿਆਨ ਹੁੰਦਾ ਹੈ। ਆਪਾਂ ਕਈ ਵਾਰੀ ਕਹਿੰਦੇ ਹਾਂ ਨਾ ਕੋਈ ਮਰਦਾ, ਬੜੇ ਮਨੁੱਖ ਆਤਮਾ ਤੇ ਅਮਰ ਹੈ, ਮੈਂ ਕਿਹੜਾ ਮਰਨਾ ਹੈ। ਜਿਹਨੂੰ ਇਹ ਪਤਾ ਲੱਗ ਗਿਆ ਆਤਮਾ ਅਮਰ ਹੈ ਉਹ ਤੇ ਬੋਲਦਾ ਹੀ ਨਹੀਂ। ਆਤਮਾ ਅਮਰ ਹੈ, ਪਰ ਯਾਦ ਰੱਖਣਾ ਉਹਦੀ ਅਮਰ ਨਹੀਂ ਜਿਹਨੇ ਸਾਰੀ ਉਮਰ ਕਲੇਸ਼ ਹੀ ਕੀਤੇ ਨੇ। ਉਹਦੀ ਤੇ ਜੀਵ ਆਤਮਾ ਹੈ, ਉਹਨੂੰ ਤੇ ਜਿਹੜੇ ਸੰਸਕਾਰ ਨੇ ਆਤਮਾ ਨਾਲ ਹੀ ਰਹਿਣੀ ਹੈ। ਜਿਹੜੀ ਵਿੱਚ ਕੂੜ ਦੀ ਕੰਧ ਹੈ ਉਹ ਜਦੋਂ ਤਾਈਂ ਨਹੀਂ ਟੁੱਟੇਗੀ ਉਦੋਂ ਤਾਈਂ ਮਨੁੱਖ ਮੁਕਤ ਨਹੀਂ ਹੁੰਦਾ। ਤਾਂ ਹੀ ਬਾਣੀ ਦੇ ਵਿੱਚ ਮਹਾਰਾਜ ਨੇ ਕਿਹਾ ਕਿਵ ਸਚਿਆਰਾ ਹੋਈ ਹੈ, ਕਿਵ ਕੂੜੇ ਟੁੱਟੇ ਪਾਲ। ਆਤਮ ਦੇ ਵਿੱਚ ਤੇ ਜੀਵ ਆਤਮਾ ਦੇ ਵਿੱਚ ਇੱਕ ਕੰਧ ਹੈ। ਜੀਵ ਆਤਮਾ ਹੀ ਤਾਂ ਹੈ ਕਿਉਂਕਿ ਕੰਧ ਹੈ। ਜੀਵ ਆਤਮਾ ਮਤਲਬ ਕੂੜ ਦੀ ਕੰਧ। ਜਿਸ ਦਿਨ ਉਹ ਟੁੱਟ ਜਾਂਦੀ ਹੈ ਉਸ ਦਿਨ ਮਨੁੱਖ ਸਮਝਣਾ ਇਹ ਸਮਝਦਾ ਹੈ ਮੈਂ ਕੁਝ ਨਹੀਂ ਹਾਂ, ਰਹਿੰਦਾ ਹੀ ਨਹੀਂ, ਮੈਂ ਰਹਿੰਦੀ ਨਹੀਂ। ਉੱਥੇ ਇੱਕੋ ਹੀ ਚੀਜ਼ ਰਹਿ ਜਾਂਦੀ ਹੈ, ਸਭ ਗੋਬਿੰਦ ਹੈ। ਸਾਰੇ ਦੁੱਖ ਸਾਰੇ ਕਲੇਸ਼ ਉਦਣ ਹੀ ਖਤਮ ਹੋ ਜਾਣਗੇ। ਜਿੰਨੇ ਕਲੇਸ਼ ਨੇ ਇੱਕੋ ਕਾਰਨ ਹੈ ਇਹਨਾਂ ਦਾ, ਮੈਂ। ਜਿਸ ਦਿਨ ਮੈਂ ਖਤਮ ਹੋ ਗਈ ਉਸ ਦਿਨ ਬੇਇੱਜ਼ਤੀ ਤੇ ਇੱਜ਼ਤ ਉਸੇ ਦਿਨ ਖਤਮ ਹੋ ਜਾਣੀ ਹੈ। ਜਿਸ ਦਿਨ ਮੈਂ ਖਤਮ ਹੋ ਗਈ ਨਫਾ ਤੇ ਨੁਕਸਾਨ ਉਸ ਦਿਨ ਹੀ ਖਤਮ ਹੋ ਜਾਣਾ ਹੈ। ਜਿਸ ਦਿਨ ਮੈਂ ਖਤਮ ਹੋ ਗਈ ਹਿੰਦੂ ਮੁਸਲਮਾਨ ਉਸ ਦਿਨ ਹੀ ਖਤਮ ਹੋ ਜਾਣਾ ਹੈ। ਜਿੰਨੇ ਬੰਧਨ ਨੇ ਉਸੇ ਦਿਨ ਹੀ ਮੁੱਕ ਜਾਂਦੇ ਹਨ। ਅੰਤ ਸਮੇਂ ਮਹਿ ਬੰਧ ਨਿਕੰਦ, ਮੁਕਤ ਹੋਏ ਕਰ ਮਿਲੋ ਆਨੰਦ। ਸਤਿਗੁਰੂ ਜੀ ਕਹਿਣ ਲੱਗੇ ਆਤਮਾ ਦੇ ਗਿਆਨ ਨੂੰ ਪ੍ਰਾਪਤ ਕਰਕੇ ਮਨੁੱਖ ਮੁਕਤ ਹੋ ਜਾਂਦਾ ਹੈ ਤੇ ਅੰਤ ਦੇ ਸਮੇਂ ਪਰਮ ਪਦ ਨੂੰ ਉਹ ਪ੍ਰਾਪਤੀ ਹੋ ਜਾਂਦੀ ਹੈ। ਸਿਮਰਨ ਕਰਨ ਲੱਗੇ ਸਤਨਾਮੂ, ਕੇਤਕ ਦਿਵਸ ਮੈਂ ਪਹੁੰਚੇ ਧਾਮੂ। ਭਾਈ ਮੰਝ ਗੁਰੂ ਜੀ ਦੇ ਕੋਲ ਹੀ ਰਹਿੰਦਾ ਹੈ, ਹੁਣ ਸਤਨਾਮ ਜਪਦਾ ਹੈ ਸਾਰਾ ਦਿਨ, ਤੇ ਥੋੜੇ ਦਿਨਾਂ ਬਾਅਦ ਆਪਣੇ ਘਰ ਵਾਪਸ ਪਹੁੰਚਦਾ ਹੈ। ਗੁਰ ਕੋ ਕਹਿਓ ਹੋਨ ਪੁੰਨ ਲਾਗਿਓ, ਸਰਬ ਸਮਾਜ ਨਾਸ ਹੋਵੇ ਭਾਗਿਓ। ਹੁਣ ਗੁਰੂ ਜੀ ਦਾ ਕਿਹਾ ਜਿਹੜਾ ਉੱਥੇ ਪੂਰਾ ਹੋਣਾ ਹੀ ਸੀ। ਹੌਲੀ ਹੌਲੀ ਭਾਈ ਮੰਝ ਦਾ ਸਾਰਾ ਸਮਾਨ ਘਰ ਦਾ ਖਤਮ ਹੋਣਾ ਸ਼ੁਰੂ ਹੋ ਗਿਆ ਹੈ। ਤੁਰੰਗ ਮਹਿਕ ਧਨ ਭਇਓ ਵਿਨਾਸ਼, ਲੱਗੇ ਸ਼ਰੀਕ ਕਰਨ ਉਪਹਾਸ। ਜਿੰਨੇ ਉਹਦੇ ਕੋਲ ਘੋੜੇ ਸੀ ਮੱਝਾਂ ਸੀ ਪੈਸਾ ਸੀ ਸਾਰੇ ਹੀ ਖਤਮ ਹੋਣ ਲੱਗ ਗਿਆ। ਹੁਣ ਭਾਈ ਮੰਝ ਦੇ ਜਿਹੜੇ ਸ਼ਰੀਕੀ ਭਰਾ ਨੇ ਉਹ ਉਸ ਨੂੰ ਹੁਣ ਮਜ਼ਾਕ ਕਰਦੇ ਹਨ। ਗ੍ਰਾਮ ਨਾਰ ਨਰ ਸਭ ਤਬ ਕਹਿਓ, ਪੀਰ ਮਾਰ ਤੇ ਸਭ ਕਿਛ ਦਹਿਓ। ਹੁਣ ਪਿੰਡ ਦੇ ਜਿਹੜੇ ਲੋਕ ਸੀ ਨਾ ਸੋ ਕਾਲਡ ਸਿਆਣੇ, ਕਿਉਂਕਿ ਦੁਨੀਆ ਦੇ ਉੱਤੇ ਨਾ ਸਲਾਹਾਂ ਦੇਣ ਵਾਲੇ ਬੜੇ ਹੁੰਦੇ ਨੇ, ਭਾਵੇਂ ਆਪ ਉਸ ਚੀਜ਼ ਦੇ ਮਾਹਿਰ ਵੀ ਨਹੀਂ। ਮੈਂ ਬੜੀ ਵਾਰੀ ਕਹਿਣਾ ਹਾਂ ਕੋਈ ਮਨੁੱਖ ਬਿਮਾਰ ਹੋ ਜਾਏ ਨਾ ਉਹਦਾ ਪਤਾ ਲੈਣ 10 ਲੋਕ ਆਉਣਗੇ, ਭਾਵੇਂ ਉਹ MBBS ਡਾਕਟਰ ਕੋਲ MD ਕੋਲੋਂ ਦਵਾਈ ਲੈਂਦਾ ਹੈ। 10 ਰਿਸ਼ਤੇਦਾਰ ਉਹਨੂੰ 10 ਫਾਰਮੂਲੇ ਦੱਸ ਜਾਣਗੇ, 10 ਰਿਸ਼ਤੇਦਾਰ ਉਹਨੂੰ 10 ਗੋਲੀਆਂ ਦੱਸ ਜਾਣਗੇ ਵੀ ਇਹਦੀ ਬਿਮਾਰੀ, ਨਾਲ ਉਹਨੂੰ ਪ੍ਰਮਾਣ ਵੀ ਦੇ ਕੇ ਜਾਣਗੇ। ਐਵੇਂ ਨਹੀਂ ਫਲਾਣੇ ਨੇ ਖਾਧੀ ਉਹ ਵੀ ਠੀਕ ਹੋ ਗਿਆ, 10 ਪ੍ਰਮਾਣ ਵੀ ਦੇ ਕੇ ਜਾਣਗੇ ਪੂਰੇ ਦੇ ਪੂਰੇ, ਤੂੰ ਵੀ ਖਾ। ਸਭ ਤੋਂ ਫਰੀ ਚੀਜ਼ ਮਿਲਦੀ ਹੈ ਤੇ ਉਹ ਸਲਾਹ। ਆਪ ਮਨੁੱਖ ਨੇ ਕਦੀ ਕਮਾਇਆ ਨਹੀਂ, ਆਪ ਕੀਤਾ ਨਹੀਂ, ਸਲਾਹਾਂ ਦੇਈ ਜਾਂਦਾ। ਸਲਾਹਾਂ ਦੇਣ ਨੂੰ ਸਾਰਾ ਹੀ ਤਕੜਾ ਹੈ। ਬੜੀ ਵਾਰ ਕਹਿੰਦੇ ਹਾਂ ਰੱਬ ਤੇ ਬੜਾ ਵੱਡਾ। ਮੈਂ ਬੜੀ ਵਾਰੀ ਕਹਿੰਦਾ ਜਦੋਂ ਰੱਬ ਦੀ ਗੱਲ ਚੱਲੇ ਨਾ ਇਸ ਮਾਮਲੇ ਤੇ ਸਾਰਾ ਸਮਾਜ ਹੀ ਸਲਾਹਾਂ ਦਿੰਦਾ ਹੈ। ਭਾਈ ਰੱਬ ਕੋਈ ਪੁੱਛ ਲੈ ਨਾ ਆ ਕੇ ਭਾਈ ਰੱਬ ਕਿੱਥੇ ਰਹਿੰਦਾ ਹੈ, ਲੈ ਤੈਨੂੰ ਰੱਬ ਦਾ ਨਹੀਂ ਪਤਾ, ਜਿਵੇਂ ਆਪ ਉਹਨੂੰ ਬ੍ਰਹਮ ਗਿਆਨ ਹੋ ਗਿਆ ਹੈ।
ਆਪ ਐਸਾ ਜਿਹਨੂੰ ਰੱਬ ਮਿਲ ਗਿਆ, ਅੰਦਰ ਹੀ ਬੈਠਾ ਹੈ, ਜਿਹਦੇ ਗੱਲਾਂ ਕਰ ਰਿਹਾ ਰੱਬ ਨਾਲ। ਜਦੋਂ ਪਰਮਾਤਮਾ ਦੀ ਗੱਲ ਚੱਲ ਵਿਚਾਰਾ ਕੋਈ ਭੁੱਲਾ ਭਟਕਿਆ ਪੁੱਛ ਵੀ ਲਏ ਨਾ, ਰੱਬ ਕਿੱਥੇ ਹੈ? ਲੈ ਤੈਨੂੰ ਇੰਨੀ ਉਮਰ ਹੋ ਗਈ, ਰੱਬ ਦਾ ਹੀ ਨਹੀਂ ਪਤਾ ਲੱਗਾ। ਆ ਸਾਰੀ ਥਾਂ ਰੱਬ ਹੀ ਰੱਬ ਹੈ, ਜਿਵੇਂ ਨੂੰ ਵੇਖ ਰਿਹਾ ਹੈ ਸਾਰਾ ਰੱਬ ਹੀ ਰੱਬ। ਉਦੋਂ ਹੀ ਲੜਾਈ ਹੋ ਜਾਏ ਉਹਦੀ, ਕਿਸੇ ਨਾਲ ਕੋਈ ਨੂੰ ਮਾੜਾ ਬੋਲਦੇ ਉਹਨੂੰ ਗਲੋਂ ਫੜ ਲੈਂਦਾ, ਭਾਈ ਹੁਣ ਰੱਬ ਕਿੱਥੇ ਗਿਆ? ਸਾਰਾ ਰੱਬ ਹੀ ਰੱਬ ਹੈ, ਮਾੜਾ ਕਿਉਂ ਬੋਲ ਰਿਹਾ ਇਹਨੂੰ? ਉਹਦੀ ਕੋਈ ਜੁੱਤੀ ਚੁੱਕ ਕੇ ਲੈ ਜਾਏ ਨਾ ਕਿਤੇ ਗੁਰਦੁਆਰਾ, ਆਹ ਲੈਣ ਦੋ, ਮੈਂ ਜਿਹੜਾ ਪਾ ਕੇ ਗਿਆ ਮੈਂ ਵੇਖਦਾ ਹੁਣੀ। ਉਵੇਂ ਰੱਬ ਦੀਆਂ ਗੱਲਾਂ ਕਰੇਗਾ, ਰੱਬ ਦੀ ਕਹਾਣੀ ਦੱਸ ਰਿਹਾ ਹੈ, ਪਤਾ ਨਹੀਂ ਰੱਬ ਕੌਣ ਹੈ। ਸਾਰੇ ਲੋਕ ਉਹਨੂੰ ਪਿੰਡ ਦੇ ਸਲਾਹਾਂ ਦੇਣ ਲੱਗੇ, ਕਹਿੰਦੇ ਭਾਈ ਮੰਝ ਤੇਰੇ ਘਰ ਪੀਰ ਦੀ ਮੜੀ ਸੀ, ਤੂੰ ਢਾਹ ਦਿੱਤੀ ਹੈ, ਉਹ ਨੁਕਸਾਨ ਭੁਗਤ ਰਿਹਾ ਤੂੰ, ਉਹਦਾ ਤੈਨੂੰ ਨੁਕਸਾਨ ਹੋ ਰਿਹਾ ਹੈ, ਤਾਂ ਕਰਕੇ ਤੇਰਾ ਸਾਰਾ ਕੁਝ ਬਰਬਾਦ ਹੋ ਗਿਆ ਹੈ। ਗੁਰ ਕੀ ਸਿੱਖੀ ਜਬ ਤੇ ਲੀਨ, ਤਬ ਤੇ ਹੋਏ ਹੋ ਸਭ ਕਿਛ ਹੀਨ। ਕਹਿੰਦੇ ਭਾਈ ਜਿੱਦਣ ਦੀ ਤੂੰ ਸਿੱਖੀ ਲੈ ਲਈ ਹੈ, ਤੇਰੇ ਘਰੋਂ ਸਾਰਾ ਕੁਝ ਹੀ ਚਲਾ ਗਿਆ। ਆਉਣਾ ਤੇ ਕੁਝ ਚਾਹੀਦਾ ਸੀ, ਤੇਰਾ ਤੇ ਸਾਰਾ ਕੁਝ ਹੀ ਬਰਬਾਦ ਹੋ ਗਿਆ ਹੈ। ਸਭ ਨੇ ਮਿਲ ਸੋ ਮੰਝ ਸਮਝਾਇਓ, ਪੀਰ ਕੋਪ ਕਰ ਸਕਲ ਗਵਾਇਓ। ਸਾਰੇ ਇਕੱਠੇ ਹੋ ਕੇ ਭਾਈ ਮੰਝ ਨੂੰ ਸਮਝਾਉਣ ਲੱਗੇ, ਭਾਈ ਮੰਝ ਛੱਡ ਦੇ ਖਹਿੜਾ ਸਿੱਖੀ ਦਾ, ਤੂੰ ਗੁੱਸੇ, ਤੇਰੇ ਤੇ ਪੀਰ ਜੀ ਗੁੱਸੇ ਹੋ ਗਏ ਨੇ, ਉਹਨਾਂ ਤੇਰੀਆਂ ਮੱਝਾਂ ਬੰਦ ਕਰ ਦਿੱਤੀਆਂ ਨੇ। ਸਾਧ ਸੰਗਤ ਆ ਜਿਹੜੇ ਏਰੀਏ ਵਿੱਚ ਅਸੀਂ ਰਹਿੰਦੇ ਹਾਂ, ਇੱਥੇ ਇੱਕ ਕਲੰਦਰ ਸ਼ਾਹ ਪੀਰ ਰਹਿੰਦਾ ਸੀ। ਜਿੰਨਾ ਇਹ ਏਰੀਆ ਸੀ ਨਾ ਤਰੌੜੀ ਕਰਨਾਲ ਦਾ, ਜਿੰਨਾ ਆਪਣੀ ਫਸਲ ਵੱਢਣ ਤੋਂ ਪਹਿਲਾਂ ਪੀਪਾ ਪੀਪਾ ਉਹਦੇ ਨਾਂ ਦਾ ਕੱਢ ਦਿੰਦੇ ਸੀ। ਕਿਸੇ ਦੀ ਮੱਝ ਨਾ ਮਿਲਣੀ, ਲੋਕਾਂ ਜਾ ਕੇ ਉਹਦੇ ਦੁੱਧ ਚੜਾ ਕੇ ਆਉਣਾ, ਵੀ ਉਹਦਾ ਗੁੱਸਾ ਆ ਗਿਆ, ਦੁੱਧ ਨਹੀਂ ਚੜਾਇਆ ਉੱਥੇ। ਬੜਾ ਉਹਨੇ ਸਾਰੀ ਦੁਨੀਆ ਦੇ ਉੱਤੇ ਰਾਜ ਚਲਾਇਆ। ਗੁਰੂ ਨਾਨਕ ਸਾਹਿਬ ਆਏ ਕਰਨਾਲ, ਮੰਜੀ ਸਾਹਿਬ ਗੁਰਦੁਆਰਾ ਹੈ ਗੁਰੂ ਨਾਨਕ ਸਾਹਿਬ ਜੀ ਦਾ ਕਰਨਾਲ, ਪਾਣੀਪਤ ਵੀ ਹੈ। ਗੁਰੂ ਸਾਹਿਬ ਦਿੱਲੀ ਗਏ, ਆਏ, ਸਾਰੇ ਕਲੰਦਰ ਦੀ ਬੜੀ ਜੈ ਜੈਕਾਰ ਹੈ। ਪਤਾ ਲੱਗਿਆ ਵੀ ਗੁਰੂ ਨਾਨਕ ਨਾਂ ਦਾ ਪੀਰ ਆਇਆ ਕਰਨਾਲ ਵਿੱਚ। ਕਲੰਦਰ ਪੀਰ ਕੰਧ ਤੇ ਚੜਿਆ ਹੀ ਪਾਣੀਪਤੋਂ ਆ ਗਿਆ, ਕੰਧ ਤੇ ਬੈਠਾ, ਕੰਧ ਹੀ ਤੋੜ ਲਈ ਉੱਥੋਂ। ਗੁਰੂ ਨਾਨਕ ਸਾਹਿਬ ਜੀ ਦੇ ਸਾਹਮਣੇ ਖੜਾ, ਮਹਾਰਾਜ ਨੇ ਹਜੇ ਵੇਖਿਆ ਹੀ ਹੈ, ਕੰਧ ਤੋਂ ਉਤਰਨ ਦੀ ਕੋਸ਼ਿਸ਼ ਕਰਨ ਲੱਗਾ, ਉਤਰਿਆ ਹੀ ਨਾ ਗਿਆ। ਕੋਸ਼ਿਸ਼ ਕਰਦਾ, ਉਤਰਿਆ ਹੀ ਨਾ ਗਿਆ ਕੰਧ ਤੋਂ। ਗੁਰੂ ਨਾਨਕ ਸਾਹਿਬ ਕਹਿੰਦੇ ਪੀਰ ਜੀ ਜੇ ਬੰਦਗੀ ਕੀਤੀ ਹੈ, ਇਹਦਾ ਕੰਮ ਲੋਕਾਂ ਨੂੰ ਦੁੱਖ ਦੇਣਾ ਨਹੀਂ, ਜੇ ਬੰਦਗੀ ਕੀਤੀ ਹੈ ਇਹਨੂੰ ਸੰਭਾਲਣਾ ਚਾਹੀਦਾ ਹੈ। ਵਰ ਤੇ ਸ਼ਰਾਪਾਂ ਵਿੱਚ ਬੰਦਗੀ ਨਹੀਂ ਕੱਢਣੀ ਚਾਹੀਦੀ। ਜੇ ਤੈਨੂੰ ਕੋਈ ਰੱਬ ਨੇ ਕੋਈ ਗੁਣ ਦੇ ਦਿੱਤਾ ਹੈ, ਇਹਨੂੰ ਇਵੇਂ ਨਾ ਕੱਢ। ਮਹਾਰਾਜ ਤੋਂ ਖੀਮਾ ਮੰਗੀ ਤੇ ਉਹ ਕੰਧ ਅੱਜ ਵੀ ਬੁੱਢੇ ਖੇੜੇ ਖਲੋਤੀ ਹੈ ਜਿੱਤੇ ਉਹ ਬਹਿ ਕੇ ਆਇਆ। ਸੋ ਸਾਧ ਸੰਗਤ ਗੱਲ ਇਹ ਹੈ, ਗੁਰੂ ਨਾਨਕ ਸਾਹਿਬ ਜਾ ਹਰ ਪੀਰ ਜਗਤ ਗੁਰ ਬਾਬਾ। ਗੁਰੂ ਨਾਨਕ ਸਾਹਿਬ ਉਪਦੇਸ਼ ਦਿੱਤਾ ਜਿਹਨੂੰ ਵੀ, ਇੱਕ ਓੰਕਾਰ ਦਾ, ਇੱਕ ਪਰਮਾਤਮਾ ਤੇ ਅਕਾਲ ਪੁਰਖ ਦਾ, ਦੂਜੀ ਸ਼ਕਤੀ ਆਪਣੇ ਨਾਲ ਵੀ ਨਹੀਂ ਜੋੜਿਆ। ਇਹ ਨਹੀਂ ਕਿਹਾ ਮੇਰੇ ਕੋਲ ਹੀ ਆਇਓ, ਮੇਰੇ ਸਿੱਖ ਬਣੋ, ਇਹ ਨਹੀਂ ਕਿਹਾ। ਮਹਾਰਾਜ ਆਪ ਨੂੰ ਤੇ ਕਹਿੰਦੇ ਨਾਨਕ ਨੀਚ ਕਹੈ ਵਿਚਾਰ, ਵਾਰਿਆ ਨਾ ਜਾਵਾਂ ਏਕ ਵਾਰ, ਜੋ ਤੁਧ ਭਾਵੈ ਸਾਈ ਭਲੀਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਇੱਕੋ ਗੱਲ ਕਹੀ, ਮੈਂ ਕੁਛ ਨਹੀਂ, ਹੇ ਪਰਮਾਤਮਾ ਮੇਰੀ ਕੀ ਪਾਇਆ ਹੈ ਮੈਂ ਤੇਰੇ ਬਾਰੇ ਬਿਆਨ ਕਰ ਸਕਾਂ, ਮੈਂ ਤੇ ਬੜਾ ਨੀਵਾਂ ਹਾਂ। ਸਾਧ ਸੰਗਤ ਏਡੇ ਵੱਡੇ ਵਲੀ, ਮੌਕੇ ਦੇ ਕਲਯੁਗ ਦੇ ਜਹਾਜ਼ ਗੁਰੂ ਨਾਨਕ ਸਾਹਿਬ ਆਪਣੇ ਆਪ ਨੂੰ ਏਡੀ ਵੱਡੀ ਗੱਲ ਕਹਿ ਰਹੇ ਨੇ। ਇਸ ਕਰਕੇ ਲੋਕੀ ਸਮਝਾਉਣ ਲੱਗੇ, ਭਾਈ ਸਿੱਖੀ ਤੂੰ ਲਈ ਹੈ, ਸਿੱਖੀ ਕਰਕੇ ਹੀ ਤੇਰਾ ਸਾਰਾ ਕੁਝ ਨਾਸ਼ ਹੋ ਗਿਆ ਹੈ। ਗੁਰ ਸਿੱਖੀ ਤਜ ਪੁਨ ਕਰ ਜੋਰ, ਬਖਸ਼ੈ ਤੁਝ ਕੋ ਪੀਰ ਨਿਹੋਰ। ਸਾਰੇ ਕਹਿਣ ਲੱਗੇ ਇਹ ਗੁਰਸਿੱਖੀ ਤੂੰ ਛੱਡ ਦੇ, ਫਿਰ ਤੇਰੇ ਤੋਂ ਜਿਹੜਾ ਪੀਰ ਦਾ ਗੁੱਸਾ ਹੈ ਉਹ ਖਤਮ ਹੋ ਜਾਏਗਾ। ਸੁਣਤ ਮੰਝ ਨੇ ਬਾਪ ਉਚਾਰੇ, ਮੈਂ ਸਿੱਖ ਭਾ ਅਬ ਸਤਿਗੁਰ ਦੁਆਰੇ। ਮੰਝ ਕਹਿਣ ਲੱਗਾ ਮੈਨੂੰ ਇਹ ਦੱਸਣ ਦੀ ਲੋੜ ਨਹੀਂ, ਮੈਨੂੰ ਜਿੰਨਾ ਸਿੱਖੀ ਦਿੱਤੀ ਉਹਨਾਂ ਪਹਿਲਾਂ ਹੀ ਸਮਝਾਇਆ ਸੀ ਵੀ ਇਹਦੇ ਵਿੱਚ ਐਂਟਰੀ ਨਾ ਕਰ, ਇਹ ਖਤਰਨਾਕ ਚੀਜ਼ ਹੈ, ਇਹ ਨਾ ਲੈ, ਤੇ ਮੈਂ ਇਹ ਰਸਤਾ ਆਪਣੀ ਮਰਜ਼ੀ ਨਾਲ ਹੀ ਚੁਣਿਆ ਹੈ, ਮੈਨੂੰ ਪਤਾ ਹੈ ਇਹ ਖਤਮ ਹੋਣਾ ਹੈ। ਇਸ ਕਰਕੇ ਸਤਿਗੁਰੂ ਜੀ ਮਹਾਰਾਜ ਨੇ ਮੈਨੂੰ ਦੱਸਿਆ ਹੈ ਤੇ ਮੈਂ ਤੇ ਹੁਣ ਉਹਨਾਂ ਦੇ ਦੁਆਰੇ ਹੀ ਜਾਵਾਂਗਾ। ਪੂਰ ਪਦਾਰਥ ਕਾਮ
ਸ਼ਾਇਦ ਗੁਰੂ ਸਾਹਿਬ ਜੀ ਮਹਾਰਾਜ ਨੇ ਤਾਂ ਉਹਦੇ ਨਾਲ ਐਸੀ ਪ੍ਰੀਖਿਆ ਲਈ, ਸ਼ਾਇਦ ਉਹਨੂੰ ਸਮਝਾਉਣਾ ਚਾਹੁੰਦੇ ਨੇ ਵੀ ਇਹ ਪਦਾਰਥ ਸਦਾ ਨਹੀਂ ਰਹਿਣੇ, ਕਿਉਂਕਿ ਬਾਅਦ 'ਚ ਜਾ ਕੇ ਉਹਦੇ ਕੋਲ ਸਾਰਾ ਕੁਝ ਹੀ ਆ ਜਾਣਾ ਹੈ। ਉਹਦੀ ਇਹ ਪ੍ਰੀਖਿਆ ਲੈ ਰਹੇ ਨੇ, ਉਹਨੂੰ ਸਮਝਾਉਣਾ ਚਾਹੁੰਦੇ ਨੇ ਵੀ ਇਹ ਜਿੰਨੇ ਪਦਾਰਥ ਨੇ ਇਹ ਸਦਾ ਰਹਿਣ ਵਾਲੇ ਨਹੀਂ, ਇਹਨਾਂ ਦਾ ਮੋਹ ਤੇ ਅਭਿਮਾਨ ਛੱਡ ਦੇਣਾ ਚਾਹੀਦਾ ਹੈ। ਮਨੁੱਖ ਨੂੰ ਪਦਾਰਥਾਂ ਨਾਲ ਮੋਹ ਹੈ ਤੇ ਜਿੰਨੇ ਪਦਾਰਥ ਨੇ ਉਹਨਾਂ ਦਾ ਅਭਿਮਾਨ ਹੈ, ਕਿਉਂਕਿ ਅਭਿਮਾਨ ਖਲੋਂਦਾ ਹੈ ਜਾਂ ਤੇ ਸ਼ਕਤੀ ਦੇ ਉੱਤੇ, ਜਾਂ ਪਦਾਰਥਾਂ ਉੱਤੇ, ਜਾਂ ਰੂਪ ਉੱਤੇ, ਜਾਂ ਰੰਗ ਉੱਤੇ। ਕਿਸੇ ਨਾ ਕਿਸੇ ਚੀਜ਼ ਤੇ ਹੰਕਾਰ ਖਲੋਂਦਾ ਹੀ ਹੈ। ਭਾਈ ਮੰਝ ਜੀ ਕਹਿਣ ਲੱਗੇ, ਕਹਿੰਦੇ ਇਹ ਪਦਾਰਥ ਝੂਠੇ ਨੇ, ਮੈਨੂੰ ਪਤਾ ਲੱਗਿਆ ਹੈ ਇਹ ਝੂਠੇ ਨੇ, ਇਹ ਮੇਰੇ ਕਿਸੇ ਵੀ ਕੰਮ ਦੇ ਨਹੀਂ ਹਨ। ਗੁਰ ਤੇ ਹੀ ਅਬ ਸਭ ਕੁਛ ਹੋਈ, ਪੀਰ ਮੀਰ ਸੋ ਕਾਮ ਨ ਕੋਈ। ਇਸ ਕਰਕੇ ਭਾਈ ਮੰਝ ਕਹਿਣ ਲੱਗੇ, ਹੁਣ ਤੇ ਮੈਂ ਗੁਰੂ ਕੋਲ ਹੀ ਜਾਵਾਂਗਾ, ਮੈਨੂੰ ਪੀਰ ਨਾਲ ਹੁਣ ਕੋਈ ਵੀ ਕੰਮ ਨਹੀਂ ਰਿਹਾ ਹੈ। ਪੰਚ ਗ੍ਰਾਮ ਕੇ ਸੁਣ ਸਭ ਜਾਨੀ, ਮੰਝ ਮਹਾ ਮੂਰਖ ਅਗਿਆਨੀ। ਸਾਰੇ ਪਿੰਡ ਦੇ ਇਕੱਠੇ ਹੋ ਕੇ ਕਹਿਣ ਲੱਗੇ, ਇਹ ਤੇ ਅਗਿਆਨੀ ਹੋ ਗਿਆ ਬਈ, ਇਹ ਹੁਣ ਮੂਰਖ ਹੋ ਗਿਆ, ਇਹਦੇ ਸਮਝ ਨਹੀਂ ਆਉਣੀ ਗੱਲ। ਯਾਦ ਰੱਖਣਾ ਸਾਧ ਸੰਗਤ, ਮੂਰਖਾਂ ਦੀ ਸਭਾ ਵਿੱਚ ਸਿਆਣਾ ਹੋਣਾ ਵੀ ਗੁਨਾਹ ਹੁੰਦਾ ਹੈ। ਮੂਰਖਾਂ ਦੀ ਸਭਾ ਦੇ ਵਿੱਚ ਜੇ ਕੋਈ ਸਿਆਣਾ ਹੈ ਨਾ, ਉਹ ਗੁਨਾਹ ਕਰ ਰਿਹਾ ਹੈ। ਕਿਉਂ? ਮੂਰਖਾਂ ਨੂੰ ਮਾਰ ਦੇਣਾ ਹੈ, ਕਿਉਂਕਿ ਬਹੁਤੀ ਭੀੜ ਕਹਿੰਦੀ ਹੈ, ਜਿੱਥੇ ਬਹੁਤੀ ਭੀੜ ਹੋਏ ਇੱਕ ਸੋਚਦੀ ਨਾ, ਉਹ ਕਹਿੰਦੀ ਅਸੀਂ ਸਿਆਣੇ ਆ, ਇਹ ਮੂਰਖ ਹੈ। ਇਹਦੇ ਵਾਸਤੇ ਨਾ ਇੱਕ ਬੜੀ ਸੋਹਣੀ ਕਹਾਣੀ ਹੈ, ਸਮਝ ਆ ਜਾਏਗੀ ਉਹਦੇ ਤੋਂ ਇਹ ਗੱਲ। ਇੱਕ ਵਾਰੀ ਇੱਕ ਰਾਜੇ ਦੇ ਰਾਜ ਵਿੱਚ ਮੀਂਹ ਨਾ ਪਿਆ। ਮੀਂਹ ਨਾ ਪੈਣ ਕਾਰਨ ਚਾਰੇ ਬੰਨੇ ਹਾਹਾਕਾਰ ਮਚ ਗਈ। ਲੋਕੀ ਇਕੱਠੇ ਹੋ ਕੇ ਰਾਜੇ ਕੋਲ ਗਏ ਵੀ ਇਹਦਾ ਕੋਈ ਉਪਰਾਲਾ ਕਰੋ। ਰਾਜਾ ਕਹਿੰਦਾ ਚਲੋ ਮੈਂ ਸਿਆਣੇ ਮਨੁੱਖਾਂ ਨੂੰ ਮਿਲਦਾ ਹਾਂ ਜਿਹੜੇ ਪਰਮਾਤਮਾ ਦੇ ਭੈ ਵਾਲੇ ਨੇ, ਉਹ ਕੋਈ ਹੱਲ ਕੱਢਣਗੇ। ਚਲੇ ਗਏ ਸਾਰੇ ਇਕੱਠੇ ਹੋ ਕੇ। ਉਹ ਜਿਹੜੇ ਵੱਡੇ ਵੱਡੇ ਲੋਕ ਸੋ ਕਹਿਣ ਲੱਗੇ ਮੀਂਹ ਤੇ ਅਸੀਂ ਪਵਾ ਦੇਵਾਂਗੇ, ਪਰ ਜਿੱਥੇ ਜਿੱਥੇ ਮੀਂਹ ਪਏਗਾ ਲੋਕੀ ਪਾਣੀ ਪੀਣਗੇ ਤੇ ਪਾਗਲ ਹੋ ਜਾਣਗੇ। ਰਾਜਾ ਕਹਿਣ ਲੱਗਿਆ, ਮੰਤਰੀ ਕਹਿਣ ਲੱਗਾ ਕੋਈ ਗੱਲ ਨਹੀਂ, ਪਾਗਲ ਹੀ ਹੋਣਗੇ, ਜਿਉਂਦੇ ਤੇ ਰਹਿਣਗੇ ਨਾ, ਕੋਈ ਗੱਲ ਨਹੀਂ, ਪਵਾ ਦਿਓ ਤੁਸੀਂ। ਮੰਤਰੀ ਤੇ ਰਾਜੇ ਨੇ ਸਲਾਹ ਕੀਤੀ, ਅਸੀਂ ਦੋਵੇਂ ਨਾ ਪੀਵਾਂਗੇ, ਸਾਰੇ ਪੀ ਲੈਣਗੇ, ਕੋਈ ਗੱਲ ਨਹੀਂ, ਅਸੀਂ ਰਾਜ ਕਰਦੇ ਰਵਾਂਗੇ। ਸਾਰਿਆਂ ਪਾਣੀ ਪੀ ਲਿਆ, ਮੂਰਖ ਹੋ ਗਏ, ਪਾਗਲ ਹੋ ਗਏ। ਕਈ ਦਿਨ ਤੇ ਕੰਮ ਚੱਲਦਾ ਰਿਹਾ। ਇਕੱਠਾ ਹੋ ਕੇ ਰਾਜੇ ਦੇ ਘਰ ਅੱਗੇ ਧਰਨਾ ਲਾ ਲਿਆ। ਕਹਿੰਦੇ ਰਾਜਾ ਬਦਲੋ। ਕਿਉਂ? ਕਹਿੰਦੇ ਸਾਡਾ ਰਾਜਾ ਪਾਗਲ ਹੋ ਗਿਆ ਹੈ, ਸਾਡੇ ਤੋਂ ਵੱਖਰੀਆਂ ਗੱਲਾਂ ਕਰਦਾ ਹੈ। ਹੁਣ ਅਸਲ ਦੇ ਵਿੱਚ ਪਾਗਲ ਕੌਣ ਨੇ? ਜੇ ਵੇਖਿਆ ਜਾਏ ਉਹ ਜਿਹੜੇ ਆਏ ਨੇ। ਹੁਣ ਇਹ ਦੋ ਲੋਕ ਸਿਆਣੀਆਂ ਗੱਲਾਂ ਕਰਦੇ ਨੇ, ਉਹਨਾਂ ਨੂੰ ਪਾਗਲ ਲੱਗਦੇ ਨੇ। ਇਸ ਕਰਕੇ ਪਾਗਲਾਂ ਦੀ ਸਭਾ ਦੇ ਵਿੱਚ ਸਿਆਣਾ ਹੋਣਾ ਵੀ ਪਾਗਲਪਨ ਹੈ। ਭਾਈ ਮੰਝ ਦੇ ਨਾਲ ਇਹੀ ਚੀਜ਼ ਵਾਪਰਨਗੀ। ਉਹ ਤੇ ਗਿਆਨ ਦੇਣਾ ਚਾਹੁੰਦਾ ਹੈ, ਭਾਈ ਸਿਆਣੇ ਬਣੋ। ਹੁਣ ਗਿਆਨ ਲਵੇ ਕੌਣ? ਜਿਹਨੂੰ ਗਿਆਨ ਦਵੋਗੇ ਅੱਗੋਂ ਮਾਰਨ ਪਏਗਾ। ਜਿਵੇਂ ਚਿੜੀ ਬੈਠੀ ਦਰਖਤ ਤੇ, ਮੀਂਹ ਪੈ ਰਿਹਾ ਸੀ, ਬਾਂਦਰ ਨੂੰ ਕਹਿਣ ਲੱਗੀ ਦੇਖ ਮੇਰੇ ਤੇ ਚੁੰਝ ਹੈ ਤੇ ਮੈਂ ਆਪਣਾ ਆਲ੍ਹਣਾ ਬਣਾਇਆ, ਤੇਰੇ ਤੇ ਹੱਥ ਵੀ ਨੇ ਬਾਹਾਂ ਵੀ ਨੇ, ਤੂੰ ਆਪਣਾ ਆਲ੍ਹਣਾ ਕਿਉਂ ਨਹੀਂ ਬਣਾ ਲੈਂਦਾ? ਬਾਂਦਰ ਕਹਿਣ ਲੱਗਿਆ ਮੈਂ ਤੇ ਬਣਾਵਾਂ ਨਾ ਬਣਾਵਾਂ, ਇੱਕ ਵਾਰੀ ਮੀਂਹ ਰੁਕ ਲੈਂਦੇ ਤੇਰਾ ਜ਼ਰੂਰ ਤੋੜਾਂਗਾ। ਮੀਂਹ ਰੁਕਿਆ, ਉਤਰ ਕੇ ਸਾਰਾ ਆਲ੍ਹਣਾ ਬੱਚੇ ਬੁੱਚੇ ਥੱਲੇ ਮਾਰੇ। ਚਿੜੀ ਕਹਿ ਲੱਗਦੀ ਇਹਦੇ ਬੜਾ ਕੰਮ ਖਰਾਬ ਹੈ, ਵੀ ਉਪਦੇਸ਼ ਵੀ ਸਿਆਣਪ ਉੱਥੇ ਕਰਨੀ ਚਾਹੀਦੀ ਹੈ ਜਿੱਥੇ ਕੋਈ ਸੁਣਨ ਵਾਲਾ ਹੋਏ। ਇਹਦੇ ਮੂਰਖ ਨੂੰ ਉਪਦੇਸ਼ ਦਿੱਤਾ, ਆਪਣਾ ਘਰ ਜੜਵਾ ਲਿਆ। ਭਾਈ ਮੰਝ ਹੁਣ ਸਿਆਣੀਆਂ ਗੱਲਾਂ ਕਰਦਾ ਹੈ, ਜਿੰਨੇ ਪਿੰਡ ਵਾਲੇ ਨੇ ਸਾਰਿਆਂ ਨੂੰ ਅਗਿਆਨੀ ਤੇ ਮੂਰਖ ਲੱਗ ਰਿਹਾ ਹੈ। ਛੀਨ ਲੀਨ ਗ੍ਰਹਿ ਧਨ ਸਿਰਦਾਰੀ, ਸਰਬ ਸ਼ਰੀਕਨ ਦੀਨ ਨਿਕਾਰੀ। ਸਾਰੇ ਸ਼ਰੀਕਾਂ ਨੇ ਇਕੱਠੇ ਹੋ ਕੇ ਉਹਨੂੰ ਚੌਧਰਪਣਾ ਦਿੱਤਾ ਹੋਇਆ ਸੀ, ਸਰਪੰਚੀ ਦਿੱਤੀ ਸੀ ਪਿੰਡ ਦੀ, ਉਹ ਵੀ ਖੋਹ ਲਈ। ਸਾਰਿਆਂ ਨੇ ਆਪਣੇ ਦਰਵਾਜ਼ੇ ਬੰਦ ਕਰ ਲਏ ਹਨ। ਲੈ ਕਰ ਨਿਜ ਪਤ ਬ੍ਰਤਾ ਸੁਦਾਰਾ, ਰਹਿਓ ਜਾਏ ਕਿਸ ਪੁਰੀ ਮਝਾਰਾ। ਉਸਨੇ ਆਪਣੀ ਘਰ ਵਾਲੀ ਨੂੰ ਲਿਆ, ਬੱਚਿਆਂ ਨੂੰ ਲਿਆ, ਕਹਿੰਦੇ ਭਾਈ ਚਲੋ ਹੁਣ ਅਸੀਂ ਇੱਥੇ ਨਹੀਂ ਰਹਿ ਸਕਦੇ, ਕਿਉਂਕਿ ਇੱਥੇ ਰਵਾਂਗੇ ਆਪਣਾ ਕੰਮ ਨਹੀਂ ਚੱਲਣਾ, ਦੂਜੇ ਨਗਰ ਵਿੱਚ ਚੱਲੀਏ। ਹੁਣ ਆਪਣਾ ਵਾਸਾ ਇੱਥੇ ਨਹੀਂ ਹੋ ਸਕਦਾ ਹੈ। ਕਾਸ ਖੋਦ ਤਹਿ ਵੇਚਣ ਲੱਗਿਓ, ਨਿਤ ਦਿਨ ਰਹਿ ਪ੍ਰੇਮ
ਘਾਹ ਵੇਚ ਕੇ ਆਪਣਾ ਗੁਜ਼ਾਰਾ ਕਰਨ ਲੱਗਾ, ਸਤਿਗੁਰੂ ਜੀ ਦੀ ਸ਼ਰਨ ਵਿੱਚ ਰਹਿੰਦਾ ਹੈ। ਸਾਧ ਸੰਗਤ, ਦੁਨੀਆ ਦੇ ਉੱਤੇ ਜਿਹੜੇ ਵੀ ਸਿਆਣੇ ਮਨੁੱਖ ਹੋਏ ਨੇ ਨਾ, ਉਹਨਾਂ ਮਨੁੱਖਾਂ ਨੂੰ ਜਾਂ ਤੇ ਜ਼ਹਿਰ ਪਿਲਾ ਕੇ ਮਾਰਿਆ ਹੈ ਜਾਂ ਸੂਲੀਆਂ ਤੇ ਚੜਾਇਆ ਹੈ। ਦੁਨੀਆ ਦੇ ਵਿੱਚ ਮਨਸੂਰ ਹੋਇਆ, ਮਨਸੂਰ ਦੀ ਜੀਭ ਵੀ ਵੱਡੀ, ਪੈਰ ਵੀ ਵੱਡੇ, ਹੱਥ ਵੀ ਵੱਡੇ। ਮਨਸੂਰ ਸਿਆਣਾ ਸੀ, ਉਹਦੇ ਗੁਰੂ ਜੁਨੈਦ ਨੇ ਉਹਨੂੰ ਕਿਹਾ, ਮਨਸੂਰ ਤੂੰ ਇਹ ਗੱਲ ਨਾ ਕਰ। ਮਨਸੂਰ ਨੇ ਅਨਲ ਹੱਕ ਦੀ ਆਵਾਜ਼ ਕੱਢੀ, ਭਾਵੇਂ ਆਤਮਿਕ ਤੌਰ ਤੇ ਉਹਨੂੰ ਗਿਆਨ ਹੋ ਗਿਆ ਸੀ। ਉਹਦੇ ਗੁਰੂ ਨੇ ਸਮਝਾਇਆ, ਮਨਸੂਰ ਇਹਨਾਂ ਵਿੱਚ ਲੋਕਾਂ ਵਿੱਚ ਗੱਲ ਨਾ ਕਰ, ਇਹਨਾਂ ਲੋਕਾਂ ਨੂੰ ਸਮਝ ਨਹੀਂ, ਤੈਨੂੰ ਮਾਰ ਦੇਣਗੇ ਇਹ ਲੋਕ। ਪਰ ਮਨਸੂਰ ਕਹਿੰਦਾ ਹੈ, ਮੈਂ ਆਪਣੀ ਆਤਮਾ ਦੀ ਆਵਾਜ਼ ਨੂੰ ਹੁਣ ਦੱਬਾਂ ਕਿਵੇਂ? ਬੋਲਿਆ ਹੀ ਇਹ ਜਾਂਦਾ ਹੈ। ਉਹਨੇ ਬੋਲਿਆ, ਲੋਕਾਂ ਨੇ ਸੂਲੀ ਚੜਾ ਦਿੱਤਾ ਮਨਸੂਰ ਨੂੰ। ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਤੱਤੀ ਤਵੀ ਤੇ ਬਹਾ ਦਿੱਤਾ, ਸੱਚ ਬੋਲਣ ਵਾਲਿਆਂ ਨੂੰ। ਜਿਨ੍ਹਾਂ ਨੇ ਦੁਨੀਆ ਦੇ ਭਲੇ ਦੀ ਗੱਲ ਕੀਤੀ, ਮੁਹੰਮਦ ਸਾਹਿਬ ਦੇ ਦੰਦ ਕੱਢ ਦਿੱਤੇ ਲੋਕਾਂ ਨੇ। ਗੁਰੂ ਗੋਬਿੰਦ ਸਿੰਘ ਮਹਾਰਾਜ ਦੇ 4 ਪੁੱਤਰ ਸ਼ਹੀਦ ਹੋ ਗਏ, ਗੁਰੂ ਤੇਗ ਬਹਾਦਰ ਮਹਾਰਾਜ ਦੀ ਸ਼ਹੀਦੀ ਹੋ ਗਈ। ਕਿੰਨੀਆਂ ਕੁ ਸ਼ਹੀਦੀਆਂ ਗਣਾਈਏ ਸਿਆਣੇ ਮਨੁੱਖਾਂ ਨੂੰ, ਕਿਉਂਕਿ ਜਿਹੜੀ ਸਿਆਣਪ ਦੀ ਗੱਲ ਹੁੰਦੀ ਹੈ ਸਾਧ ਸੰਗਤ, ਜਿਹੜੀ ਸਿਆਣਪ ਹੈ, ਦੋ ਮਨੁੱਖ ਨੇ ਜਿਹੜੇ ਦੁਨੀਆ ਵਿੱਚ ਸਮਝ ਨਹੀਂ ਲੱਗਦੇ, ਇੱਕ ਤੇ ਪਾਗਲ ਤੇ ਇੱਕ ਬ੍ਰਹਮ ਗਿਆਨੀ। ਕਿਉਂਕਿ ਪਾਗਲ ਦੀ ਗੱਲ ਇੰਨੀ ਨੀਵੀਂ ਹੈ, ਪੈਰਾਂ ਦੇ ਥੱਲੋਂ ਨਿਕਲ ਜਾਂਦੀ ਹੈ। ਬ੍ਰਹਮ ਗਿਆਨੀ ਦੀ ਗੱਲ ਇੰਨੀ ਵੱਡੀ ਹੁੰਦੀ ਹੈ, ਸਿਰ ਦੇ ਉੱਤੋਂ ਨਿਕਲ ਜਾਂਦੀ ਹੈ, ਸਮਝ ਹੀ ਨਹੀਂ ਲੱਗਦੀ। ਫਿਰ ਲੋਕੀ ਇੱਕੋ ਖਿਤਾਬ ਦਿੰਦੇ ਨੇ ਬ੍ਰਹਮ ਗਿਆਨੀ ਨੂੰ ਕਿ ਇਹ ਪਾਗਲ ਹੋ ਗਿਆ ਹੈ। ਮਸਕੀਨ ਜੀ ਕਹਿੰਦੇ ਹੁੰਦੇ ਸੀ, ਜਿਹੜੇ ਬਹੁਤੇ ਪੂਜੇ ਜਾ ਰਹੇ ਨੇ, ਮੈਨੂੰ ਅਸਲ 'ਚ ਡਾਊਟ ਹੈ ਵੀ ਉਹ ਬ੍ਰਹਮ ਗਿਆਨੀ ਹੈ ਵੀ ਕਿ ਨਹੀਂ, ਹੈ ਹਨ ਕਿ ਨਹੀਂ ਹਨ। 4 ਭਾਗ ਕਰ ਲਿਆਏ ਨਿਕੇਤ, 100 ਦੇਤ ਨੀਤ ਗੁਰ ਹੇਤ। ਭਾਈ ਮੰਝ ਘਾਹ ਵੇਚਣ ਲੱਗਾ, 4 ਭਾਰੀਆਂ ਭਰ ਕੇ ਲਿਆਉਂਦਾ ਸੀ। ਇੱਕ ਪੰਡ ਤੇ ਗੁਰੂ ਘਰ ਦੇ ਦਿੰਦਾ ਸੀ, 3 ਆਪਣੇ ਘਰ ਰੱਖ ਲੈਂਦਾ ਸੀ। 3 ਭਾਗ ਤੇ ਕਰਹਿ ਗੁਜ਼ਾਰਾ, ਖੋਦ ਘਾਸ ਕੋ ਵੇਚ ਬਜ਼ਾਰਾ। ਤਿੰਨ ਜਿਹੜੀਆਂ ਪੰਡਾਂ ਭਰ ਕੇ ਲਿਆਉਂਦਾ ਸੀ ਘਾਸ ਦੀਆਂ, ਆਪਣੇ ਘਰ 'ਚ ਰੱਖਦਾ ਸੀ ਤੇ ਆਪਣੇ ਘਰ ਦਾ ਗੁਜ਼ਾਰਾ ਚਲਾਉਂਦਾ ਸੀ। ਕਰਿਓ ਬਤੀਤਨ ਕੇਤਕ ਕਾਲ, ਸਿਮਰਿਓ ਤਬ ਸ੍ਰੀ ਗੁਰੂ ਕਿਰਪਾਲ। ਕਈ ਦਿਨ ਬੀਤ ਗਏ, ਫਿਰ ਗੁਰੂ ਜੀ ਨੂੰ ਯਾਦ ਆਈ ਭਾਈ ਮੰਝ ਦੀ। ਸਤਿਗੁਰੂ ਜੀ ਮਹਾਰਾਜ ਨੇ ਉਸ ਨੂੰ ਯਾਦ ਕੀਤਾ ਹੈ। ਏਕ ਮੇਵੜਾ ਗੁਰੂ ਬੁਲਾਇਓ, ਹੁਕਮ ਨਾਮ ਤੇ ਇਹੋ ਸਮਝਾਇਓ। ਗੁਰੂ ਸਾਹਿਬ ਜੀ ਨੇ ਇੱਕ ਅਰਦਾਸੀਆ ਸੱਦਿਆ ਆਪਣੇ ਦਰਬਾਰ 'ਚ, ਉਹਨੂੰ ਇੱਕ ਚਿੱਠੀ ਲਿਖ ਕੇ ਦਿੱਤੀ, ਹੁਕਮਨਾਮਾ। ਤੇ ਚਿੱਠੀ ਲਿਖਣ ਤੋਂ ਬਾਅਦ ਉਸ ਨੂੰ ਸਾਰੀ ਗੱਲ ਸਮਝਾਈ ਹੈ। ਇੱਕ ਸਿੱਖ ਮੰਝ ਸੋ ਅਮਕੇ ਪੁਰ ਮੈਂ, ਵਿਪਦਾ ਪਰੀ ਨਹੀਂ ਕਛ ਘਰ ਮੈਂ। ਸਤਿਗੁਰੂ ਜੀ ਨੇ ਦੱਸਿਆ, ਸਾਡਾ ਨਾ ਇੱਕ ਸਿੱਖ ਹੈ ਫਲਾਣੇ ਨਗਰ 'ਚ ਭਾਈ ਮੰਝ, ਉਹਦੇ ਘਰ ਵਿੱਚ ਬੜੀ ਵਿਪਤਾ ਹੈ ਤੇ ਉਹਦੇ ਘਰ ਵਿੱਚ ਖਾਣ ਲਈ ਵੀ ਕੁਝ ਨਹੀਂ ਹੈ। ਵੇਚਤ ਘਾਸ ਜੀਵਕਾ ਕਰੈ, ਗਮਨੋ ਤਿਸ ਢਿਕ ਜੇ ਮਿਲ ਪਰੈ। ਭਾਈ ਘਾਹ ਵੇਚ ਕੇ ਉਹ ਗੁਜ਼ਾਰਾ ਕਰਦਾ ਹੈ, ਉਹਦੇ ਘਰ ਜਾ ਕੇ ਉਹਨੂੰ ਮਿਲੋ ਜੇ ਉਹ ਤੁਹਾਨੂੰ ਮਿਲ ਪੈਂਦਾ ਹੈ। ਲਿਹੋ ਰਜਤਪਨ ਇੱਕ ਬਿਸੰਤ ਤਹਿ, ਦੇਹੋ ਹੁਕਮਨਾਮਾ ਪੁਨ ਕਰ ਮਹਿ। ਸਾਧ ਸੰਗਤ, ਪਹਿਲਾਂ ਹੀ ਬੜੀ ਵੱਡੀ ਗੁਰੂ ਜੀ ਨੇ ਪ੍ਰੀਖਿਆ ਪਾਈ ਹੋਈ, ਇੱਕ ਹੋਰ ਪਾ ਦਿੱਤੀ। ਕਹਿੰਦੇ ਉਹਦੇ ਕੋਲ ਗੁਜ਼ਾਰਾ ਤੇ ਕੁਝ ਨਹੀਂ, ਐਵੇਂ ਕਰਿਓ, ਉਹਦੇ ਕੋਲ 21 ਰਜਤਪਣ, ਪਹਿਲਾਂ ਸਿੱਕੇ ਚੱਲਦੇ ਸੀ ਰਜਤ ਦੇ, ਚਾਂਦੀ ਦੇ, ਉਸ ਸਮੇਂ ਦੇ ਕਹਿੰਦੇ 21 ਮੋਹਰਾਂ ਲੈਣੀਆਂ ਨੇ ਉਹਦੇ ਕੋਲ ਚਾਂਦੀ ਦੀਆਂ, ਫਿਰ ਉਹਨੂੰ ਇਹ ਚਿੱਠੀ ਦੇਣੀ ਹੈ। ਪਹਿਲਾਂ ਮਾਇਆ ਲੈਣੀ ਹੈ, ਹੁਕਮਨਾਮਾ ਫਿਰ ਉਸ ਨੂੰ ਦੇਣਾ ਹੈ। ਹੁਕਮ ਮੇਵੜਾ ਲੈ ਕਰ ਗਇਓ, ਵੇਚਤ ਘਾਸ ਬਿਲੋਕਤ ਭਇਓ। ਸੇਵਕ ਹੁਕਮਨਾਮਾ ਲੈ ਕੇ ਗਿਆ। ਭਾਈ ਮੰਝ ਉਸ ਸਮੇਂ ਘਾਹ ਵੇਚ ਕੇ ਆਇਆ ਹੋਇਆ ਸੀ। ਪੈਰੀ ਪਵਣਾ ਮੰਝ ਸੁਨਾਇਓ, ਤੁਝ ਪਰ ਹੁਕਮ ਗੁਰੂ ਕੋ ਆਇਓ। ਭਾਈ ਮੰਝ ਕਹਿੰਦਾ ਹੈ, ਭਾਈ ਮੈਂ ਤੇਰੇ ਪੈਰੀ ਪੈਣਾ ਹਾਂ, ਕਿਉਂ? ਤੂੰ ਗੁਰੂ ਦਾ ਸੰਦੇਸ਼ਾ ਲੈ ਕੇ ਆਇਆ ਹੈ, ਗੁਰੂ ਨੇ ਤੈਨੂੰ ਮੇਰਾ ਹੁਕਮਨਾਮਾ ਦੇ ਕੇ ਭੇਜਿਆ ਹੈ।
ਸੁਨਤ ਪ੍ਰੇਮ ਤੇ ਗਦ ਗਦ ਹੋਵਾ ਭਇਓ ਪ੍ਰਸੰਨ ਗੁਰੂ ਸਿੱਖ ਜੋਵਾ। ਇਹ ਸੁਣ ਕੇ ਭਾਈ ਮੰਝ ਪ੍ਰੇਮ ਨਾਲ ਗਦਗਦ ਹੋ ਗਿਆ ਤੇ ਬੜਾ ਹੀ ਪ੍ਰਸੰਨ ਹੋਇਆ ਹੈ। ਬਾਰ ਬਾਰ ਕਰ ਨਮੋ ਉਚਾਰੈ ਧੰਨ ਧੰਨ ਬੜ ਭਾਗ ਹਮਾਰੇ। ਬੜੀ ਵਾਰੀ ਨਮੋ ਨਮੋ ਬੋਲਦਾ ਹੈ, ਨਮਸਕਾਰ ਹੈ ਗੁਰੂ ਨੂੰ, ਨਮਸਕਾਰ ਹੈ। ਤੇ ਕਹਿੰਦਾ ਮੇਰੇ ਬੜੇ ਵੱਡੇ ਭਾਗ ਨੇ, ਇੰਨੀ ਦੁਨੀਆ ਹੈ ਗੁਰੂ ਦੇ ਕੋਲ, ਉਹਨਾਂ ਨੇ ਮੈਨੂੰ ਯਾਦ ਕੀਤਾ ਹੈ। ਜਿਸ ਤੇ ਸਤਿਗੁਰ ਸਿਮਰਿਓ ਮੋਹੇ ਹੁਕਮ ਦਿਖਾਵੋ ਮਮ ਸੁਖ ਹੋਏ। ਕਹਿੰਦਾ ਭਾਈ ਜਿਹੜੀ ਚੀਜ਼ ਕਰਕੇ ਗੁਰੂ ਨੇ ਮੈਨੂੰ ਯਾਦ ਕੀਤਾ ਹੈ, ਮੈਨੂੰ ਹੁਕਮਨਾਮਾ ਦੇ ਦਿਓ ਉਹ ਵਾਲਾ, ਮੈਂ ਉਸ ਨੂੰ ਵੇਖਣਾ ਚਾਹੁੰਦਾ ਹਾਂ। ਹੀਰ ਹੀਰ ਦ੍ਰਿਗ ਸੀਤਲ ਕਰੋ ਪੁਨ ਜਮ ਲਿਖਿਓ ਸੀਸ ਤਿਸ ਧਰੋ। ਕਹਿੰਦਾ ਛੇਤੀ ਮੈਨੂੰ ਮੇਰੇ ਗੁਰੂ ਦੀ ਲਿਖਾਈ ਵਿਖਾ, ਉਹਨੂੰ ਵੇਖ ਵੇਖ ਕੇ ਮੇਰਾ ਅੱਖਾਂ ਠੰਡੀਆਂ ਹੋ ਜਾਣਗੀਆਂ, ਫਿਰ ਉਸ ਹੁਕਮਨਾਮੇ ਨੂੰ ਮੈਂ ਆਪਣੇ ਸਿਰ ਤੇ ਰੱਖ ਲਵਾਂਗਾ। ਸੁਨਤ ਮੇਵੜੇ ਕੀਨ ਬਖਾਨ ਦੇਹੋ ਰਜਤ ਪਨ 21 ਆਨ। ਇਹ ਸੁਣ ਕੇ ਉਹ ਅਰਦਾਸੀਆ ਕਹਿਣ ਲੱਗਿਆ ਭਾਈ ਇਵੇਂ ਨਹੀਂ, 21 ਮੋਹਰਾਂ ਚਾਹੀਦੀਆਂ ਨੇ। ਪਹਿਲਾਂ ਗੁਰੂ ਜੀ ਨੇ ਕਿਹਾ ਦੇਣੀ ਨਹੀਂ ਚਿੱਠੀ, ਵਿਖਾਉਣੀ ਵੀ ਨਹੀਂ ਉਹਨੂੰ, ਪਹਿਲਾਂ ਉਹਦੇ ਕੋਲ 21 ਮੋਹਰਾਂ ਲੈਣੀਆਂ ਨੇ, ਫਿਰ ਉਸ ਨੂੰ ਚਿੱਠੀ ਦੇਣੀ ਹੈ। ਲੇਹੋ ਹੁਕਮਨਾਮਾ ਪੁਨ ਪਾਛੇ ਗੁਰ ਆਗਿਆ ਇਮ ਹੈ ਸੁਖ ਬਾਛੇ। ਸਤਿਗੁਰੂ ਜੀ ਨੇ ਕਿਹਾ ਹੁਕਮਨਾਮਾ ਫੇਰ ਦੇਣਾ ਹੈ ਉਹਨੂੰ, ਫਿਰ ਤੈਨੂੰ ਸੁੱਖ ਪ੍ਰਾਪਤ ਹੋਏਗਾ, ਮੈਂ ਪਹਿਲਾਂ ਤੈਨੂੰ ਹੁਕਮਨਾਮਾ ਨਹੀਂ ਦੇ ਸਕਦਾ। ਸੁਨਤ ਮੰਜ ਅਤ ਉਤਸਵ ਠਾਟੇ ਸਤਿਗੁਰ ਮਿਲਤ ਸੀਸ ਕੇ ਸਾਟੇ। ਕਹਿੰਦਾ ਹੈ ਭਾਈ ਮੰਝ ਕਿੱਡੀ ਵੱਡੀ ਗੱਲ ਕਹੀ। ਕਹਿੰਦੇ ਭਾਈ ਉਹ ਪੈਸਿਆਂ ਦੀ ਕਾਦੀ ਗੱਲ ਹੈ, ਗੁਰੂ ਪਿੱਛੇ ਤੇ ਮੈਂ ਆਪਣਾ ਸਿਰ ਵੀ ਦੇ ਦਿਆਂਗਾ। ਮੇਰਾ ਸਿਰ ਲੈ ਕੇ ਵੀ ਜੇ ਤੂੰ ਹੁਕਮਨਾਮਾ ਦੇਏਗਾ ਨਾ, ਮੈਂ ਸਿਰ ਦੇਣ ਨੂੰ ਵੀ ਤਿਆਰ ਹਾਂ। ਇਹ ਤੋ ਅਲਪ ਬਾਤ ਹੈ ਕਹਾਂ ਸੌਦਾ ਅਮਿਤ ਮੋਲ ਲਗ ਅਹਾਂ। ਕਹਿੰਦੇ ਸੰਮਣ ਜੋ ਇਸ ਪ੍ਰੇਮ ਕੀ ਦਮ ਕਿਹੋ ਹੋਤੀ ਸਾਟ। ਕਹਿੰਦੇ ਹਨ ਕਿ ਮਨਾ ਜੇ ਕਿਤੇ ਪੈਸਿਆਂ ਨਾਲ ਪ੍ਰੇਮ ਵਿਕਦਾ ਹੁੰਦਾ ਨਾ, ਪੈਸਿਆਂ ਨਾਲ ਪ੍ਰਸੰਨਤਾ ਮਿਲਦੀ, ਰਾਵਣ ਨੇ ਆਪਣੇ ਗੁਰੂ ਦੇ ਅੱਗੇ ਸਿਰ ਵੱਢ ਵੱਢ ਕੇ ਰੱਖ ਦਿੱਤੇ ਸੀ। ਰਾਵਣ ਹੁਤੋ ਸੋ ਰੰਕ ਨ ਹੈ ਜਿਨ ਸਿਰ ਦੀਨੋਂ ਕਾਟ। ਕੋਈ ਰਾਵਣ ਗਰੀਬ ਨਹੀਂ ਸੀ, ਸੋਨੇ ਦੀ ਲੰਕਾ ਦਾ ਮਾਲਕ ਸੀ। ਸ਼ਿਵ ਜੀ ਨੂੰ ਖੁਸ਼ ਕਰਨ ਲਈ ਆਪਣਾ ਸਿਰ ਵੱਢ ਕੇ ਰੱਖ ਦਿੱਤਾ ਸੀ ਉਹਨੇ। ਕਹਿੰਦਾ ਹੈ ਭਾਈ ਮੰਝ ਕਹਿਣ ਲੱਗਾ ਇਹ ਤੇ ਗੱਲ ਹੀ ਬੜੀ ਛੋਟੀ ਹੈ, ਗੁਰੂ ਜੀ ਨੇ ਮੰਗੇ 21 ਰੁਪਏ ਨੇ, ਤੇ ਉਹਦੇ ਜੇ ਕਹਿੰਦੇ ਸਿਰ ਵੱਢ ਕੇ ਦੇਣਾ ਹੈ, ਮੈਂ ਤੇ ਸਿਰ ਵੀ ਵੱਢ ਕੇ ਦੇਣ ਨੂੰ ਤਿਆਰ ਹਾਂ। ਸਦਨ ਮੇਵੜੇ ਕੋ ਲੈ ਗਇਓ ਨਿਜਦਾਰਾ ਸੰਗ ਭਾਖਤ ਭਇਓ। ਭਾਈ ਮੰਝ ਦੀ ਘਰ ਵਾਲੀ ਵੀ ਕਿੱਡੇ ਸਿਦਕ ਵਾਲੀ ਹੈ, ਆਪਣੀ ਘਰ ਵਾਲੀ ਕੋਲ ਲੈ ਗਿਆ ਤੇ ਆਪਣੀ ਘਰ ਵਾਲੀ ਨੂੰ ਜਾ ਕੇ ਕਹਿੰਦਾ ਹੈ ਹਮ ਪਰ ਗੁਰ ਕੋ ਹੁਕਮ ਸੋ ਆਇਓ ਦਰਬ ਬਿਨਾ ਸੋ ਹਾਥ ਨ ਪਾਇਓ। ਘਰ ਵਾਲੀ ਨੂੰ ਕਹਿਣ ਲੱਗਾ ਭਾਈ ਭਾਗਵਾਨ ਨੇ ਸਾਡੇ ਘਰ ਗੁਰੂ ਦਾ ਹੁਕਮਨਾਮਾ ਆਇਆ ਹੈ, ਪਰ ਸ਼ਰਤ ਇਹ ਹੈ ਪੈਸੇ ਨਾਲ ਮਿਲੇਗਾ, ਦੱਸ ਅਸੀਂ ਇਹਨੂੰ ਕਿਵੇਂ ਲੈ ਸਕਦੇ ਹਾਂ। ਕਹੋ ਅਬ ਕੌਣ ਜਤਨ ਕੋ ਕੀਜੈ ਦੇ ਕਰ ਧਨ ਤੇ ਹੇਰ ਸਲੀਜੈ। ਆਪਣੀ ਘਰ ਦੀ ਨੂੰ ਕਹਿਣ ਲੱਗਾ ਦੱਸ ਹੁਣ ਕੀ ਕਰੀਏ, ਪੈਸਾ ਤੇ ਆਪਣੇ ਕੋਲ ਨਹੀਂ, ਫਿਰ ਗੁਰੂ ਦਾ ਹੁਕਮਨਾਮਾ ਕਿਵੇਂ ਲਿਆ ਜਾਏਗਾ। ਸੁਣ ਸਿੱਖਣੀ ਤੇ ਧੀਰਜ ਦੀਨ ਸੁਗਮ ਬਾਤ ਕਿਉਂ ਚਿੰਤਾ ਕੀਨ। ਉਸ ਦੀ ਘਰ ਵਾਲੀ ਨੇ ਜਦੋਂ ਸੁਣਿਆ ਤੇ ਉਹਨੂੰ ਧੀਰਜ ਦਿੰਦੀ ਭਾਈ ਮੰਝ ਨੂੰ, ਕਹਿੰਦੇ ਤੇ ਬੜੀ ਸੌਖੀ ਗੱਲ ਹੈ, ਤੁਹਾਨੂੰ ਚਿੰਤਾ ਕਰਨ ਦੀ ਲੋੜ ਨਹੀਂ। ਹਮਰੇ ਕੰਨਿਆ ਐ ਕੁਮਾਰੀ ਤੇ ਚਾਹਤ ਜੇ ਘਰ ਸਿਰਦਾਰੀ। ਕਹਿੰਦੇ ਸਾਡੇ ਘਰ ਇੱਕੋ ਇੱਕ ਕੰਨਿਆ ਹੈ, ਤੇ ਇੱਥੇ ਉਸ ਸਮੇਂ ਐਸਾ ਹੁੰਦਾ ਸੀ, ਕਹਿੰਦੇ ਇੱਥੇ ਵੱਡੇ ਵੱਡੇ ਸਰਦਾਰ ਨੇ, ਉਹਨਾਂ ਦੇ ਘਰ ਦੇ ਵਿੱਚ ਅਸੀਂ ਇਹਨੂੰ ਵੇਚ ਦਿੰਦੇ ਹਾਂ। ਇਹਨੂੰ ਵੇਚ ਕੇ ਪਰ ਗੁਰੂ ਦਾ ਜਿਹੜਾ ਹੁਕਮਨਾਮਾ ਹੈ ਉਹ ਅਸੀਂ ਜ਼ਰੂਰ ਲੈਣਾ ਹੈ। ਜੇ ਤੱਕ ਮੇਵੜਾ ਜਾਚਹਿ ਦਰਬ ਰਾਖੋ ਸਿੱਖੀ ਲੈ ਦੇਹੋ ਸਰਬ।
ਕਹਿੰਦੇ ਅਸੀਂ ਇਹਨੂੰ ਵੇਚ ਕੇ ਪੈਸੇ ਨਹੀਂ ਲੈਣੇ, ਉਨੇ ਹੀ ਲੈਣੇ ਨੇ ਜਿੰਨੇ ਬਸ ਉਹਨੂੰ ਚਾਹੀਦੇ ਨੇ। ਅਸੀਂ ਇਹਨੂੰ ਵੇਚ ਕੇ ਧਨ ਨਹੀਂ ਖਾਣਾ, ਇਹ ਵੀ ਰੱਖਣਾ ਹੈ ਵਿੱਚ। 21 ਰੁਪਏ ਲੈਣੇ ਨੇ ਬਸ, ਇਹਨੂੰ ਦੇ ਦਿੰਦੇ ਆ। ਪਰ ਸਿੱਖੀ ਰੱਖਣੀ ਹੈ, ਹੁਕਮਨਾਮਾ ਨਹੀਂ ਗੁਰੂ ਦਾ ਜਾਣ ਦੇਣਾ। ਸਾਧ ਸੰਗਤ ਕਿੰਨਾ ਸਤਿਕਾਰ, ਕਿੰਨੀ ਦ੍ਰਿੜ ਇੱਛਾ, ਐਸੇ ਮਨੁੱਖਾਂ ਨੂੰ ਪ੍ਰਮਾਤਮਾ ਪ੍ਰਾਪਤ ਹੁੰਦਾ ਹੈ। ਬਾਣੀ ਕਹਿੰਦੀ ਹੈ ਖੰਨਿਓ ਤਿੱਖੀ ਵਾਲੋ ਨਿੱਕੀ ਏਤ ਮਾਰਗ ਜਾਣਾ। ਇਹ ਕੋਈ ਸੌਖਾ ਮਾਰਗ ਨਹੀਂ, ਚਲਦੇ ਫਿਰਦਿਆਂ ਦਾ ਮਾਰਗ ਨਹੀਂ ਪ੍ਰਮਾਤਮਾ ਤਾਈਂ ਪਹੁੰਚਣਾ। ਬੜਾ ਔਖਾ ਤੇ ਬੜਾ ਮੋਕਲਾ ਮਾਰਗ ਹੈ, ਬੜਾ ਸੂਖਸ਼ਮ ਦਵਾਰਾ ਹੈ, ਸੂਖਸ਼ਮ ਬੁੱਧੀ ਚਾਹੀਦੀ ਹੈ। ਸੋ ਇੱਥੋਂ ਤਾਈਂ ਦੀ ਅਸੀਂ ਇੱਕ ਕਥਾ ਅੱਜ ਸ਼ਰਵਣ ਕਰਾਂਗੇ, ਕਿਵੇਂ ਉਹਦੀ ਕੰਨਿਆ ਦਾ ਅੱਗੇ ਵਿਹਾਰ ਉਹ ਕਰਦੇ ਨੇ, ਕੰਨਿਆ ਨੂੰ ਵੇਚਦੇ ਹਨ ਕਿ ਨਹੀਂ, ਤੇ ਨਾਲ ਦੀ ਨਾਲ ਕਿਵੇਂ ਹੁਕਮਨਾਮਾ ਲੈਂਦੇ ਹਨ, ਇਹਦੇ ਬਾਰੇ ਆਪਾਂ ਕੱਲ੍ਹ ਨੂੰ ਵਿਚਾਰ ਕਰਾਂਗੇ। ਕਿਵੇਂ ਭਾਈ ਮੰਝ ਗੁਰੂ ਦਾ ਹੁਕਮਨਾਮਾ ਲੈਂਦਾ ਹੈ, ਕਿਵੇਂ ਸਿੱਖੀ ਨੂੰ ਬਣਾ ਕੇ ਰੱਖਦਾ ਹੈ, ਕਿਵੇਂ ਗੁਰੂ ਤੋਂ ਖੁਸ਼ੀ ਪ੍ਰਾਪਤ ਕਰੇਗਾ, ਇਸ ਦੇ ਬਾਰੇ ਅਸੀਂ ਕੱਲ੍ਹ ਨੂੰ ਵਿਚਾਰ ਕਰਾਂਗੇ। ਸਤਿਗੁਰੂ ਜੀ ਕਿਰਪਾ ਕਰਨ, ਜਿੰਨੇ ਸਤਸੰਗੀ ਆਪ ਚੱਲ ਕੇ ਆਉਂਦੇ ਹੋ ਸਾਰਿਆਂ ਨੂੰ ਸਤਿਗੁਰੂ ਜੀ ਮਹਾਰਾਜ ਦ੍ਰਿੜ ਨਿਸ਼ਚਾ ਬਖਸ਼ਣ, ਪਰਮਾਤਮਾ ਤੇ ਅਟਲ ਵਿਸ਼ਵਾਸ ਹੋਏ ਅਚਿੰਤ ਹੋਏ ਨਚਿੰਦ ਵਸਹਿ ਸੁਖ ਨਾਲ, ਸਾਸ ਗਿਰਾਸ ਹਰ ਨਾਮ ਸਮਾਲ। ਪਰਮਾਤਮਾ ਦਾ ਨਾਮ ਸਾਥ ਸਾਥ ਸੰਭਾਲੀਏ, ਨਿਚਿੰਦ ਹੋ ਕੇ ਜੀਏ ਜ਼ਿੰਦਗੀ ਵਿੱਚ, ਬਿਨਾਂ ਚਿੰਤਾ ਰਹਿਤ। ਜਿਵੇਂ ਜਿਵੇਂ ਪਰਮਾਤਮਾ ਦਾ ਪ੍ਰਕਾਸ਼ ਅੰਦਰ ਹੋਏਗਾ, ਸਾਰੇ ਦੁੱਖ ਤੇ ਸਾਰੇ ਕਲੇਸ਼, ਅਵਿਦਿਆ ਅਗਿਆਨ ਖਤਮ ਹੋ ਜਾਂਦੇ ਨੇ। ਇੰਨੀਆਂ ਬੇਨਤੀਆਂ ਪ੍ਰਵਾਨ।